ਸ਼ਬਦ ਰੂਪ ਪਰਮਾਤਮਾ ਸਾਵਣ ਕਿਰਪਾਲ ਦੇ ਚਰਨਾਂ ਦੇ ਅੰਦਰ ਨਮਸਕਾਰ ਹੈ, ਜਿਨ੍ਹਾਂ ਨੇ ਸਾਨੂੰ ਆਪ ਦਾ ਜਸ਼ ਕਰਨ ਦਾ ਮੌਕਾ ਦਿੱਤਾ ਹੈ। ਇਹ ਉਹਨਾਂ ਦੀ ਹੀ ਦਇਆ ਹੈ ਜੋ ਆਪਾਂ ਰਲ ਕੇ ਉਹਨਾਂ ਦੀ ਯਾਦ ਵਿੱਚ ਬੈਠੇ ਹਾਂ। ਪਰਮਾਤਮਾ ਸਦਾ ਹੀ ਆਪਣੀ ਦਇਆ ਮਿਹਰ ਸੰਤ ਸਤਿਗੁਰੂਆਂ ਦੇ ਜ਼ਰੀਏ ਹੀ ਕਰਦਾ ਆਇਆ ਹੈ। ਜਿਵੇਂ ਜਿਵੇਂ ਵਕਤ ਆਇਆ ਉਵੇਂ ਉਵੇਂ ਪ੍ਰਭੂ ਆਪਦੇ ਪਿਆਰਿਆਂ ਨੂੰ ਸੰਸਾਰ ਦੇ ਵਿੱਚ ਭੇਜਦਾ ਰਿਹਾ। ਮਹਾਰਾਜ ਜੀ ਸਦਾ ਦੱਸਦੇ ਰਹੇ ਕਿ ਜਿਤਨੀ ਦੇਰ ਬੱਚਾ ਸੋਇਆ ਹੋਇਆ ਹੈ, ਮਾਤਾ ਬੇਫਿਕਰ ਆਪਣੇ ਕਾਰੋਬਾਰ ਦੇ ਵਿੱਚ ਮਸਤ ਹੈ, ਮਗਨ ਹੈ ਕਿ ਮੈਂ ਇਹ ਵੀ ਕਾਰੋਬਾਰ ਕਰਾਂ ਉਹ ਵੀ ਕਰਾਂ। ਲੇਕਿਨ ਜਦ ਬੱਚਾ ਮਾਤਾ ਦੇ ਪਿਆਰ ਵਾਸਤੇ ਆਪਣੀ ਜ਼ਰੂਰਤ ਵਾਸਤੇ ਮਾਤਾ ਨੂੰ ਪੁਕਾਰਦਾ ਹੈ, ਬੇਸ਼ੱਕ ਮਾਤਾ ਕਿਤਨਾ ਵੀ ਕਿਉਂ ਨਾ ਆਪਣੇ ਕੰਮ ਵਿੱਚ ਮਸਤ ਹੋਵੇ, ਉਹ ਤੋਂ ਫਿਰ ਰਿਹਾ ਨਹੀਂ ਜਾਂਦਾਗਾ, ਕਿਉਂਕਿ ਮਮਤਾ ਹੀ ਐਸੀ ਹੈ, ਉਹ ਫੌਰਨ ਹੀ ਬੱਚੇ ਨੂੰ ਆ ਕੇ ਸੰਭਾਲਦੀ ਹੈ, ਉਸ ਦੀ ਜ਼ਰੂਰਤ ਨੂੰ ਪੂਰਾ ਕਰਦੀ ਹੈ। ਜਦ ਇੱਕ ਦੁਨਿਆਵੀ ਮਾਤਾ ਦੇ ਅੰਦਰ ਇਤਨੀ ਮਮਤਾ ਹੈ ਕਿ ਬੱਚੇ ਦੀ ਆਫਤ ਆਪਣੇ ਸਿਰ ਲੈਂਦੀ ਹੈ, ਉਹਦੀ ਜ਼ਰੂਰਤ ਪੂਰੀ ਕਰਦੀ ਹੈ, ਤੇ ਉਸ ਪਰਮਾਤਮਾ ਦੇ ਦਿਲ ਅੰਦਰ ਹਜ਼ਾਰਾਂ ਹੀ ਕਰੋੜੋਂ ਹੀ ਮਾਤਾ ਪਿਤਾ ਜੈਸਾ ਸਾਡੇ ਵਾਸਤੇ ਹਮਦਰਦੀ ਹੁੰਦੀ ਹੈ, ਪਿਆਰ ਹੁੰਦਾ ਹੈ। ਜਦੋਂ ਅਸੀਂ ਸਾਰੇ ਸਹਾਰੇ ਛੱਡ ਕੇ ਉਸ ਨੂੰ ਸਾਡੀ ਆਤਮਾ ਪੁਕਾਰਦੀ ਹੈ, ਕਿਉਂਕਿ ਸਾਡੀ ਜੋ ਆਤਮਾ ਹੈ ਇਹ ਉਸ ਪਰਮਾਤਮਾ ਦੀ ਅੰਸ਼ ਹੈ, ਇਹ ਸਤਨਾਮ ਦੀ ਬੱਚੀ ਹੈ। ਜਦੋਂ ਇਹ ਸਿਰਫ ਉਸੇ ਨੂੰ ਮਿਲਣ ਵਾਸਤੇ ਪੁਕਾਰਦੀ ਹੈ ਕਿ ਹੇ ਪ੍ਰਭੂ, ਮੈਂ ਹੁਣ ਸੰਸਾਰ ਦੇ ਵਿੱਚ ਦੁਖੀ ਹੋ ਚੁੱਕੀ ਹਾਂ, ਕਿਸੇ ਜਗ੍ਹਾ ਚੈਨ ਨਹੀਂ, ਮਨ ਮੈਥੋਂ ਉਹ ਕਰਮ ਕਰਾਉਂਦਾ ਹੈ ਕਿ ਜਿਹੜੇ ਯਾਦ ਆਉਣ 'ਤੇ ਵੀ ਕਾਂਬਾ ਉੱਠਦਾ ਹੈ ਕਿ ਪਤਾ ਨਹੀਂ ਇਹ ਹਿਸਾਬ ਕਿੰਨਾ ਮੁਸ਼ਕਿਲ ਹੋ ਜਾਏਗਾ ਦੇਣਾ। ਇਸ ਵਾਸਤੇ ਉਹ ਪਰਮਾਤਮਾ ਜੋ ਰਹਿਮ ਦਾ ਸਮੁੰਦਰ ਹੈ, ਜਿੱਥੇ ਹਮੇਸ਼ਾ ਹੀ ਰਹਿਮ ਦੀਆਂ ਲਹਿਰਾਂ ਉੱਠਦੀਆਂ ਰਹਿੰਦੀਆਂ ਹਨ, ਤੋ ਸੰਤ ਮਹਾਤਮਾ ਉਸ ਸਮੁੰਦਰ ਦੀ ਲਹਿਰ ਹੁੰਦੇ ਹੈ, ਜੋ ਕਿ ਉਹ ਪਰਮਾਤਮਾ ਦੇ ਹੁਕਮ ਵਿੱਚ ਆਉਂਦੇ ਹੈ। ਜਿੰਨਾ ਉਹਨਾਂ ਨੂੰ ਹੁਕਮ ਸੰਸਾਰ ਦੇ ਵਿੱਚ ਜਿੰਨਾ ਆਤਮਾ ਨੂੰ ਨਾਮ ਦੇਣ ਦਾ ਹੁੰਦਾ ਹੈ, ਉਹ ਨਾਮ ਦੇ ਕੇ ਉਹਨੂੰ ਉਸ ਪਰਮਾਤਮਾ ਦੇ ਨਾਲ ਜੋੜ ਕੇ ਉਹ ਇੱਕ ਸਕਿੰਟ ਵੀ ਸੰਸਾਰ ਦੇ ਵਿੱਚ ਫਾਲਤੂ ਨਹੀਂ ਰਹਿੰਦੇ ਗੇ। ਉਹ ਜਿੱਥੋਂ ਆਏ ਹੈ, ਜਿਸ ਸਮੁੰਦਰ ਦੇ ਵਿੱਚੋਂ, ਉਸੇ ਵਿੱਚੋਂ ਵਾਪਸ ਚਲੇ ਜਾਂਦੇ ਹੈ। ਸਾਨੂੰ ਪਤਾ ਹੈ ਕਿ ਸਮੁੰਦਰ ਔਰ ਲਹਿਰ ਨੂੰ ਅਲੱਗ ਨਹੀਂ ਕੀਤਾ ਜਾ ਸਕਦਾਗਾ, ਪਾਣੀ ਹੀ ਸਮੁੰਦਰ ਹੈ, ਲਹਿਰ ਵੀ ਜੋ ਹੈ ਉਹ ਵੀ ਪਾਣੀ ਹੈ। ਜਿਸ ਤਰ੍ਹਾਂ ਸਮੁੰਦਰ ਔਰ ਲਹਿਰ ਦਾ ਰਿਸ਼ਤਾ ਹੈ, ਇਸੇ ਤਰ੍ਹਾਂ ਉਸ ਪਰਮਾਤਮਾ ਦਾ ਔਰ ਉਹਨਾਂ ਸੰਤਾਂ ਦਾ ਰਿਸ਼ਤਾ ਹੈ। ਬੂੰਦ ਵੀ ਪਾਣੀ ਹੈ, ਫਰਕ ਵਿਛੋੜੇ ਦਾ ਹੁੰਦਾ ਹੈ। ਪਰਮਾਤਮਾ ਸਮੁੰਦਰ ਹੈ, ਸ਼ਬਦ ਉਸ ਦੀ ਲਹਿਰ ਹੈ, ਆਤਮਾ ਬੂੰਦ ਹੈ। ਇਹ ਬੂੰਦ ਉਤਨਾ ਚਿਰ ਹੀ ਕਹਾਉਂਦੀ ਹੈ ਜਿਤਨਾ ਚਿਰ ਉਸ ਪਰਮਾਤਮਾ ਤੋਂ ਅਲੱਗ ਹੈ। ਜਦ ਇਹ ਵੀ ਉਸ ਸਮੁੰਦਰ ਦੇ ਅੰਦਰ ਲਹਿਰ ਦੇ ਅੰਦਰ ਜਾ ਕੇ ਸਮਾ ਜਾਂਦੀ ਹੈ, ਇਹ ਵੀ ਸਮੁੰਦਰ ਹੀ ਕਹਾਉਂਦੀ ਹੈ। ਸਾਨੂੰ ਪਤਾ ਹੈ ਕਿ ਆਪਾਂ ਜੇ ਕੋਈ ਲਹਿਰ ਨੂੰ ਚੀਜ਼ ਸਪੁਰਦ ਕਰ ਦਈਏ, ਉਹ ਲਹਿਰ ਉਹਨੂੰ ਪਾਣੀ ਦੀ ਤਹਿ ਦੇ ਵਿੱਚ ਲੈ ਕੇ ਬੈਠ ਜਾਂਦੀ ਹੈ। ਇਸੇ ਤਰ੍ਹਾਂ ਜਦੋਂ ਅਸੀਂ ਹਰ ਸਹਾਰੇ ਛੋੜ ਕੇ ਉਸ ਪਰਮਾਤਮਾ ਦੇ ਆਸਰੇ ਹੋ ਜਾਂਦੇ ਹਾਂ, ਪਰਮਾਤਮਾ ਆਪਣੇ ਪਿਆਰਿਆਂ ਨੂੰ ਭੇਜਦਾ ਹੈ। ਜਦੋਂ ਅਸੀਂ ਵੀ ਦੁਨੀਆ ਦੀ ਹਰ ਚੀਜ਼ 'ਚੋਂ ਆਪਣੇ ਖਿਆਲ ਨੂੰ ਕੱਢ ਲੈਂਦੇ ਹਾਂ, ਉਸ ਵੇਲੇ ਉਹ ਵੀ ਸਾਨੂੰ ਆਪਣੇ ਵਿੱਚ ਲੈ ਕੇ ਉਹ ਵੀ ਉਸੇ ਸਮੁੰਦਰ ਪਰਮਾਤਮਾ ਦੇ ਵਿੱਚ ਜਾ ਕੇ ਸਮਾ ਜਾਂਦੇ ਹੈ। ਜਿਤਨਾ ਚਿਰ ਬੱਚਾ ਖੇਡ ਵਿੱਚ ਮਸਤ ਹੈ, ਉਤਨਾ ਚਿਰ ਮਾਤਾ ਸੋਈ ਹੈ।
जितना चिर असी दुनिया दे समान जिहदे विच सानू हमेशा ही दुख है और कष्ट है, सानू पता है कि असी अच्छी दुनिया का धन दौलत मंगते हैं, दिन रात अरदासां करन लगे पे हैं। अगर परमात्मा साडे ते मेहर करदा है फिर किहड़ा सानू चैन है जां शांति है, उस रखण विच किन्नी मुसीबत है। कितना साडे अंदर हंकार आ जाता है, गुरूर आ जाता है। फिर भी सब कुछ अपना एक राम पराया, ये भी एक भुलेखा ही हुंदा है। असी कहने हैं कि सानू धन पदार्थ मिले तो शायद असी भगती करिए, नहीं। धनी आदमी तो मुश्किल ही इस पासे आउंदा है। कबीर साहब ने कहा सीगा कि एक अचरज बात है कि गुम्मद दे उपर मंदिर दे गेंद रुक जा गेंद खड़ जावे, क्योंकि बड़ा नकीला बनया हुंदा है, उपर तिखा हुंदा है। उत्थे गेंद खड़ जावे, ऊंट उस दे उपर चढ़ जावे, तो कहंदे कि धनी आदमी अगर परमात्मा नूं याद करे तो बड़ी ही अचरज बात है। सो इस वास्ते कबीर साहब कहते हैं, टोटे में भगती करे ताका नाम सपूत, माया धारी मशकरे केते ही गए ऊत। सो इस वास्ते आप प्यार ना कहते हैं कौन भी उहदा बच्चा है जो परमात्मा देवे, क्योंकि सानू साडा अपना ही कर्म भोगना पैंदा है। जो कुछ असी लिखा के लियाए हैं वो सानू अवश्य मिलता है, चाहे मंगीए या ना मंगीए। सो इस वास्ते असी आम तौर पर की करते हैं, जे भुले भटके किते परमात्मा की संगत और सोबत दे विच असी जाइए, भगती करिए, तो फिर मन साडे अंदर ख्वाहिशां पैदा करता है। जब ख्वाहिशां पैदा करता है असी वो पूरियां कितों कराउणियां चाहुंदे हैं? वो मालिक दे प्यारियां तो। एक ख्वाहिश पूरी हो गई, एक होर रखती, वो पूरी हो गई, एक होर रखती। जद कोई ख्वाहिश पूरी ना हुई तो उदों साडा भरोसा टुट जाता है। सो इस वास्ते भजन ते तां असीं मिनट शायद मसां ही बैठते हैं। अगर बैठते हैं तो उस मिनट के अंदर भी साडा जिहड़े ख्याल है वो दुनिया च फैलिया हुंदा है। दुनिया का चीज़ मंगण वास्ते, अरदास करन वास्ते असीं घंटा घंटा ला दिंदे हैं। कदे सोचिया है कि संत मत दे विच, सत्संग दे विच तां असीं अपने मन नूं समझाउण वास्ते आउंदे हैं, अपने आप नूं असीं परमात्मा दे गुरु दे सपुरद करन वास्ते आउंदे हैं। लेकिन असीं की करदे हैं, इत्थे आके मन दे मगर लग जांदे हैं। मन साडे अंदर ख्वाहिशां पूरियां उठाउंदा है। पूरियां कितों कराउने हैं? जिन्हां दी असीं भगती करन लगे पे हैं। आप समझण दी बजाए असीं की करदे हैं, उस गुरु रूप परमात्मा नूं असीं समझाउण लगे पे हैं कि असीं तेरे कहे नहीं चलना, तू साडे कहे चल। महाराज सावण सिंह कहंदे हुंदे सी, अगर जे संतां दा इह मिशन हुंदा उन्हां वास्ते इहो जिहियां गल्लां की मुश्किल सन। मदारी का खेड तक छोटे छोटे मदारी भी कर सकते हैं। रिधियां सिद्धियां की है बई, एक मदारी का खेल है। तो संत महात्मा तो सानू इन्हां वस्तुओं दे विचों कढण वास्ते आउंदे हैं ताकि असीं भजन कर सकीए, परमात्मा नूं पा सकीए। जो मैं तुहानूं सदा ही कहना हुन्ना है कि जद वो परमात्मा रूप कृपाल घर अंदर आया, मैं उन्होंने यही कहा कि मेरा दिल और दिमाग खाली है। खाली का कारण यही सीगा। तो महाराज सावण सिंह कहते हुंदे सीगे कि जेड़े दुनियादारियां दी चीज़ां मंगण वास्ते संतां दे दरबार विच आउंदे है, वो उत्थे विचारे की खट्टणगे? उन्हां नूं तशरीफ घर अंदर ही रखनी चाहिदी है, क्योंकि संतां दा काम तां नाम जपा के जिथों आत्मा विछड़ी है उस जगह पहुँचा देना है। ये उन्हां ते जिम्मेवारी आउंदी है। सो जिन्ना चिकर बच्चा भी थल्लियों कोशिश ना करे, ऊपर बाहां ना उठावे, तो पिता किस तरह उसनूं चके? बच्चा भी पिता कोले जाण नूं तांघदा है, पिता जरूर अपना उसनूं गले नाल लाउंदा है, जरूरत पूरी करदा है।
ਸੋ ਇਸ ਵਾਸਤੇ ਆ ਪਿਆਰ ਨਾਲ ਸਾਨੂੰ ਮਹਾਤਮਾ ਦੱਸਦੇ ਹੈ ਕਿ ਅਸੀਂ ਦੁਨੀਆਦਾਰ ਜੀਵ ਜਿੰਨਾ ਚਿਕਰ ਉਸ ਜਦੋਂ ਪਰਮਾਤਮਾ ਨੂੰ ਨਹੀਂ ਪੁਕਾਰਦੇ ਗਏ, ਉਹ ਪਰਮਾਤਮਾ ਵੀ ਆਪਣੇ ਹਾਲ ਵਿੱਚ ਮਸਤ ਹੈ। ਜਦ ਕਿਸੇ ਆਤਮਾ ਦੇ ਅੰਦਰ ਪੁਕਾਰ ਉੱਠਦੀ ਹੈ ਕਿ ਹੇ ਪ੍ਰਭੂ ਮੇਰੇ ਤੇ ਰਹਿਮ ਕਰ, ਉਹ ਸਦਾ ਰਹਿਮ ਕਰਨ ਵਾਸਤੇ ਤਿਆਰ ਹੈ। ਸਾਡੇ ਸਤਿਗੁਰੂ ਮਹਾਰਾਜ ਕਿਰਪਾਲ ਕਹਿੰਦੇ ਹੁੰਦੇ ਸਨ ਕਿ ਭੁੱਖੇ ਨੂੰ ਰੋਟੀ, ਪਿਆਸੇ ਨੂੰ ਪਾਣੀ ਕੁਦਰਤ ਦਾ ਅਸੂਲ ਹੈ, ਉਹ ਜ਼ਰੂਰ ਦਿੰਦਾ ਹੈ। ਮੈਂ ਸਦਾ ਹੀ ਉਹਨਾਂ ਦੇ ਚਰਨਾਂ ਵਿੱਚ ਇਹੀ ਅਰਦਾਸ ਕਰਦਾ ਰਿਹਾ ਕਿ ਹੇ ਪਰਮਾਤਮਾ, ਮੇਰਾ ਕਿਸੇ ਵੀ ਦੁਨੀਆ ਦੇ ਕਰਮ ਧਰਮ ਦੇ ਅੰਦਰ ਕੋਈ ਸ਼ਰਧਾ ਨਹੀਂ ਰਹੀ, ਕੋਈ ਆਸਥਾ ਨਹੀਂ ਰਹੀ, ਨਾ ਮੇਰੇ ਦਿਲ ਦੇ ਅੰਦਰ ਕੋਈ ਆਸ਼ਾ ਹੀ ਹੈ, ਨਾ ਇਸ ਦਾ ਕੋਈ ਟਿਕਾਣਾ ਹੀ ਹੈ। ਮੈਂ ਸਾਰੇ ਦੁਆਰੇ ਛੱਡ ਕੇ ਮੈਂ ਤੇਰੇ ਦਰ ਉੱਤੇ ਆਇਆ ਹਾਂ, ਤੂੰ ਮੈਨੂੰ ਬਖਸ਼ ਦੇ, ਤੂੰ ਬਖਸ਼ਣਹਾਰ ਹੈ। ਕਿਉਂਕਿ ਸੰਤ ਗਰੀਬ ਨਵਾਜ ਹੁੰਦੇ ਆ, ਉਹ ਬਖਸ਼ਿਸ਼ ਕਰਨ ਵਾਸਤੇ ਆਉਂਦੇ ਹੈ। ਸਵਾਲ ਇਹ ਉੱਠਦਾ ਹੈ ਕਿ ਅਸੀਂ ਕਿਤਨੇ ਕੁ ਜੀਵ ਹੁੰਦੇ ਹਾਂ ਕਿ ਜਿਹੜੇ ਅਸੀਂ ਉਹਨਾਂ ਤੋਂ ਜਿਹੜੀ ਬਖਸ਼ਿਸ਼ ਉਹ ਲੈ ਕੇ ਆਏ ਆ ਉਹ ਅਸੀਂ ਮੰਗਦੇ ਹਾਂ। ਸੋ ਆਮ ਤੌਰ ਦੇ ਉੱਤੇ ਉਹਨਾਂ ਨੇ ਸਦਾ ਹੀ ਸਤਸੰਗ ਦੇ ਅੰਦਰ ਸਾਨੂੰ ਪਿਆਰ ਨਾਲ ਸਮਝਾਇਆ ਕਿ ਪਿਆਰੇ ਬੱਚਿਓ, ਇਨਸਾਨ ਦਾ ਜਾਮਾ ਬੜਾ ਕੀਮਤੀ ਹੈ, ਅਮੋਲਕ ਹੈ, ਇਹ ਵਾਰ-ਵਾਰ ਸਾਨੂੰ ਨਹੀਂ ਮਿਲੇਗਾ, ਜੋਖਿਆ ਮਿਣਿਆ ਵਕਤ ਮਿਲਿਆ ਹੈ। ਇਹਦੇ ਵਿੱਚ ਜੇ ਅਸੀਂ ਯੋਗ ਇਸ ਟਾਈਮ ਦੀ ਵਰਤੋਂ ਕਰਾਂਗੇ ਤਾਂ ਅਸੀਂ ਆਪਣੇ ਘਰ ਪਹੁੰਚ ਜਾਵਾਂਗੇ। ਅਗਰ ਇਸ ਦੀ ਅਸੀਂ ਅਯੋਗ ਵਰਤੋਂ ਕਰਾਂਗੇ ਤਾਂ ਅਸੀਂ ਜਿਸ ਤਰ੍ਹਾਂ ਪਹਿਲਾਂ ਇਸ ਦੁਨੀਆ ਦੇ ਵਿੱਚ ਚੱਕਰ ਲਾਉਂਦੇ ਫਿਰਦੇ ਹਾਂ, ਉਸੇ ਤਰ੍ਹਾਂ ਫਿਰ ਲਾਉਂਦੇ ਫਿਰਦੇ ਹਾਂ। ਮੈਂ ਮਸ਼ਹੂਰ ਕਹਾਣੀ ਆਪਣੇ ਘਰ ਦੀ ਹੀ ਤੁਹਾਨੂੰ ਦੱਸਦਾ ਹੁੰਦਾ ਹਾਂ। ਮਹਾਰਾਜ ਸਾਵਣ ਸਿੰਘ ਵੀ ਕਹਿੰਦੇ ਹੁੰਦੇ ਕਿ ਜੀਵ ਜ਼ਿਆਦਾ ਦੂਰ ਨਹੀਂ ਜਾਂਦਾ ਹੁੰਦਾ ਗਾ, ਉੱਥੇ ਫਿਰ ਵਾਪਸ ਆ ਜਾਂਦਾ ਹੈ। ਵੱਧ ਤੋਂ ਵੱਧ ਇਹ ਗਮਾਂਡ ਤੱਕ ਜਾਏਗਾ, ਕਿਉਂਕਿ ਜਿੱਥੇ ਦੇਣਾ ਲੈਣਾ ਹੈ, ਜਿੱਥੇ ਖਿਆਲ ਹੈ, ਇਹ ਉੱਥੇ ਹੀ ਜਾਂਦਾ ਹੈ। ਕਿਉਂ ਨਾ ਅਸੀਂ ਸਾਨੂੰ ਪਰਮਾਤਮਾ ਨੇ ਕਿਰਪਾ ਕਰਕੇ ਨਾਮ ਨਾਲ ਜੋੜਿਆ ਹੈ, ਅਸੀਂ ਆਪਣੀ ਆਸ਼ਾ ਜਿਹੜੀ ਹੈ ਉਹ ਨਾਮ ਦੇ ਨਾਲ ਬਣਾਈਏ, ਲਿਵ ਨਾਮ ਦੇ ਨਾਲ ਜੋੜੀਏ। ਸੋ ਤੁਹਾਡੇ ਅੱਗੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਛੋਟਾ ਜਿਹਾ ਸ਼ਬਦ ਰੱਖਿਆ ਜਾਂਦਾ ਹੈ, ਪਿਆਰ ਨਾਲ ਸੁਣਨ ਵਾਲਾ ਹੈ। ਗੁਰੂ ਸਾਹਿਬ ਕਹਿੰਦੇ ਹੈ, ਚਾਹੇ ਅਸੀਂ ਲੱਖਾਂ ਨੇਕੀਆਂ ਕਰ ਲਈਏ, ਚੰਗਿਆਈਆਂ ਕਰ ਲਈਏ, ਲੱਖਾਂ ਗ੍ਰੰਥਾਂ ਦਾ ਅਸੀਂ ਪਾਠ ਕਰ ਲਈਏ, ਪੁੰਨ ਦਾਨ ਕਰ ਲਈਏ, ਜੋ ਕੁਛ ਵੀ ਅਸੀਂ ਦੁਨੀਆ ਦੇ ਬੇਸ਼ੱਕ ਰਣ ਭੂਮੀ ਦੇ ਵਿੱਚ ਜਾ ਕੇ ਅਸੀਂ ਆਪਣੇ ਸਰੀਰ ਦੀ ਆਹੂਤੀ ਵੀ ਕਿਉਂ ਨਾ ਪਾ ਦਈਏ, ਲੇਕਿਨ ਪਰਮਾਤਮਾ ਦੇ ਦਰਬਾਰ ਅੰਦਰ ਇਹਨਾਂ ਚੀਜ਼ਾਂ ਦਾ ਕੋਈ ਮੁੱਲ ਨਹੀਂ ਹੁੰਦਾ ਗਾ। ਨੇਕ ਕਰਮ ਕਰਨੇ ਕੋਈ ਹੋਰ ਚੀਜ਼ ਹੈ, ਪਰਮਾਤਮਾ ਦੀ ਭਗਤੀ, ਪਰਮਾਤਮਾ ਨੂੰ ਪ੍ਰਾਪਤ ਕਰਨਾ ਕੋਈ ਹੋਰ ਚੀਜ਼ ਹੈ। ਨੇਕ ਕਰਮ ਕਰਨੇ ਇਸੇ ਤਰ੍ਹਾਂ ਹੀ ਹੁੰਦੇ ਹੈ ਕਿ ਜਿਸ ਤਰ੍ਹਾਂ ਅਸੀਂ ਕਿਸੇ ਬਰਤਨ ਨੂੰ ਸਾਫ਼ ਕਰੀ ਜਾਈਏ, ਮਾਂਜੀ ਜਾਈਏ। ਜੇ ਹੁਣ ਸਾਰੀ ਜ਼ਿੰਦਗੀ ਉਸ ਬਰਤਨ ਨੂੰ ਤਾਂ ਆਪਾਂ ਸਾਫ਼ ਕਰੀ ਜਾਈਏ, ਮਾਂਜੀ ਜਾਈਏ, ਉਹਦੇ ਅੰਦਰ ਕੋਈ ਵਸਤੂ ਨਾ ਪਾਈਏ, ਤੇ ਉਸ ਭਾਂਡੇ ਨੂੰ ਲਿਸ਼ਕਾਏ ਦਾ ਕੀ ਫਾਇਦਾ ਹੋ ਸਕਦਾ ਹੈ। ਬਲਕਿ ਸੱਚਾਈ ਤਾਂ ਇਹ ਹੈ ਕਿ ਅਸੀਂ ਜਿਹੜੇ ਲੋਕ ਥੋੜ੍ਹੀ ਬਹੁਤੀ ਸਮਾਜ ਸੇਵਾ ਕਰਦੇ ਹਾਂ, ਜਾਂ ਅਸੀਂ ਕੋਈ ਨੇਕ ਕੰਮ ਕਰਦੇ ਹਾਂ, ਪੁੰਨਦਾਨ ਕਰਦੇ ਹਾਂ, ਪੜ੍ਹਾਈ ਕਰਦੇ ਹਾਂ, ਤੀਰਥਾਂ 'ਤੇ ਜਾਂਦੇ ਹਾਂ, ਅਸੀਂ ਜਿੰਨਾ ਚਿਕਰ ਅਸੀਂ ਦੂਸਰੇ ਨੂੰ ਆਪਣੀ ਜਪਜੀ ਨਾ ਸੁਣਾ ਲਈਏ, ਉਸ ਦੀ ਫੜ ਨਾ ਮਾਰ ਲਈਏ, ਉਹਨਾਂ ਚਿਕਰ ਸਾਡੇ ਦਿਲ ਦੇ ਵਿੱਚ ਕਦੇ ਸ਼ਾਂਤੀ ਨਹੀਂ ਆਉਂਦੀ। ਅਸੀਂ ਕਹਿੰਦੇ ਹਾਂ ਸ਼ਾਇਦ ਇਹ ਐ ਨਾ ਕਹੇ ਕਿ ਇਹ ਕੋਈ ਨੇਕ ਕਰਮ ਹੀ ਨਹੀਂ ਕਰਦਾ ਗਾ, ਇਹ ਬੰਦਾ ਅੱਛਾ ਨਹੀਂ। ਅਸੀਂ ਬੇਸ਼ੱਕ ਥੋੜ੍ਹਾ ਕੰਮ ਕੀਤਾ ਹੋਵੇ, ਗਿਣਤੀ ਵਿੱਚ ਬਾਹਲਾ ਦੱਸਦੇ ਹਾਂ। ਕਿਉਂ ਦੱਸਦੇ ਹਾਂ ਬਈ? ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀ ਕਿ ਪੁੰਨਦਾਨ ਕਰਕੇ, ਨੇਕ ਕਰਮ ਕਰਕੇ ਕਿਸੇ ਨੂੰ ਦੱਸਣਾ ਉਹ ਇਸੇ ਤਰ੍ਹਾਂ ਹੀ ਹੈ ਕਿ ਜਿਸ ਤਰ੍ਹਾਂ ਅੱਛਾ ਪਲਾ ਬਣਾ ਕੇ ਉੱਥੇ ਸੁਆਹ ਪਾ ਲਈ ਹੈ। ਨੇਕ ਕਰਮ ਕਰਨੇ ਇਸੇ ਤਰ੍ਹਾਂ ਹੀ ਹੁੰਦੇ ਹੈ, ਜਿਵੇਂ ਆਪਾਂ ਅੱਛੀ ਜ਼ਮੀਨ ਨੂੰ ਦੀ ਤਿਆਰੀ ਕਰਦੇ ਹਾਂ, ਖਾਦ ਪਾਉਂਦੇ ਹਾਂ, ਉਸ ਦੇ ਅੰਦਰ ਜੋ ਵੀ ਲਦੀਨ ਵਗੈਰਾ ਹੈ ਉਸ ਨੂੰ ਨਿਕਾਲਦੇ ਹਾਂ। ਜਦ ਆਪਾਂ ਫਸਲ ਬੀਜਾਂਗੇ ਫੌਰਨ ਉਹ ਅੱਛੀ ਹੋਏਗੀ, ਤਿਆਰ ਹੋ ਜਾਏਗੀ। ਜੇ ਆਪਾਂ ਉਸ ਜ਼ਮੀਨ ਦੀ ਤਿਆਰੀ ਤਾਂ ਸਾਰੀ ਜ਼ਿੰਦਗੀ ਕਰੀ ਜਾਈਏ, ਉਸ ਦੇ ਅੰਦਰ ਕੋਈ ਬੀਜ ਹੀ ਨਾ ਡਲ ਗਏ, ਉਹ ਜ਼ਮੀਨ ਦੀ ਤਿਆਰੀ ਦਾ ਕੀ ਫਾਇਦਾ ਹੈ।
ਇਸੇ ਤਰ੍ਹਾਂ ਨੇਕ ਕਰਮ ਕਰੇ ਤਾਂ ਤਾਂ ਹੀ ਫਾਇਦਾ ਹੈ। ਅਸੀਂ ਜੇ ਉਸ ਭਾਂਡੇ ਦੇ ਅੰਦਰ ਕੋਈ ਵਸਤੂ ਪਾਈਏ, ਵਸਤੂ ਕਿਹੜੀ ਹੈ? ਪਰਮਾਤਮਾ ਆਪਣੀ ਦਇਆ ਸਦਾ ਹੀ ਉਹ ਕਿਸੇ ਮਹਾਤਮਾ ਦੇ ਜ਼ਰੀਏ ਵਰਤਾਉਂਦਾ ਆਇਆ ਹੈ। ਉਹਦੇ ਅੰਦਰ ਵਸਤੂ ਕਾਹਦੀ ਪਾਉਣੀ ਹੈ? ਨਾਮ ਦੀ ਵਸਤੂ ਪਾਉਣੀ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਹੈ ਕਿ ਔਰੇ ਕਰਮ ਨ ਲੇਖੇ ਲਾਏ। ਉਹ ਪਰਮਾਤਮਾ ਦੇ ਦਰ ਦੇ ਅੰਦਰ ਨਾਮ ਤੋਂ ਬਗੈਰ ਕੋਈ ਕਰਮ ਲੇਖੇ ਦੇ ਅੰਦਰ ਹੀ ਨਹੀਂਗਾ। ਨਾਮ ਵਸਾਰ ਚੱਲੇ ਅਨਮਾਰਗ, ਅੰਤ ਕਾਲ ਪਛਤਾਈ ਹੈ। ਨਾਮ ਨੂੰ ਛੱਡ ਕੇ ਕਿਸੇ ਵੀ ਰਸਤੇ ਦੇ ਉੱਤੇ ਆਪਾਂ ਚੱਲੀਏ, ਆਪ ਕਹਿਣ ਲੱਗੇ ਸਾਨੂੰ ਅੰਤ ਵੇਲੇ ਪਛਤਾਉਣਾ ਪੈਂਦਾ ਹੈ। ਸੋ ਗੌਰ ਨਾਲ ਸ਼ਬਦ ਗੁਰੂ ਸਾਹਿਬ ਦਾ ਸਮਝਣ ਵਾਲਾ ਹੈ। ਮਹੱਲਾ ਪਹਿਲਾ, ਪੰਨਾ 467। ਲੱਖ ਨੇਕੀਆਂ ਚੰਗਿਆਈਆਂ, ਲੱਖ ਪੁੰਨਾ ਪਰਵਾਣ। ਲੱਖ ਨੇਕੀਆਂ ਚੰਗਿਆਈਆਂ, ਲੱਖ ਪੁੰਨਾ ਪਰਵਾਣ। ਬੁਰੇ ਕਰਮ ਕਰਨ ਨਾਲੋਂ ਨੇਕ ਕਰਮ ਕਰਨੇ ਅੱਛੇ ਹੈ। ਲੇਕਿਨ ਨਾ ਤਾਂ ਸਾਡੇ ਬੁਰੇ ਕਰਮ ਹੀ ਸਾਨੂੰ ਦੇਹ ਦੇ ਬੰਧਨਾਂ 'ਚ ਆਜ਼ਾਦ ਕਰ ਸਕਦੇ ਆ, ਨਾ ਸਾਡੇ ਨੇਕ ਕਰਮ ਹੀ ਆਜ਼ਾਦ ਕਰ ਸਕਦੇ ਹੈ। ਅਗਰ ਆਪਾਂ ਨੇਕ ਕਰਮ ਕਰਦੇ ਹਾਂ, ਪੁੰਨਦਾਨ ਕਰਦੇ ਹਾਂ, ਇਹ ਨਹੀਂ ਕਿ ਇਹਨਾਂ ਦਾ ਸਾਨੂੰ ਕੁਝ ਮਿਲਦਾ ਨਹੀਂਗਾ। ਅਸੀਂ ਸ਼ੇਠ ਸ਼ਾਹੂਕਾਰ ਬਣ ਕੇ ਆ ਜਾਂਦੇ ਹਾਂ, ਕੋਈ ਰਾਜੇ ਮਹਾਰਾਜੇ ਬਣ ਕੇ ਆ ਜਾਂਦੇ ਹਾਂ, ਵੱਧ ਤੋਂ ਵੱਧ ਅਸੀਂ ਸਵਰਗਾਂ ਦੇ ਵਿੱਚ ਚਲੇ ਜਾਂਦੇ ਹਾਂ। ਉਹ ਵੀ ਭੋਗ ਜੂਨੀਆਂ ਹੈ, ਖਾਸ ਮਿਆਦ ਵਾਸਤੇ ਹੈ। ਤੁਸੀਂ ਮਹਾਤਮਾ ਦੀ ਬਾਣੀ ਪੜ੍ਹ ਕੇ ਦੇਖ ਲਓ, ਉਹਨਾਂ ਦੇ ਵਿੱਚ ਵੀ ਹੈ, ਆਉਂਦਾ ਹੈ ਕਿ ਨਾ ਇੰਦਰਪੁਰੀ ਨੇ ਸਦਾ ਸਥਿਰ ਰਹਿਣਾ ਹੈ, ਨਾ ਬਰਮਪੁਰੀ ਨੇ, ਨਾ ਬਿਸ਼ਨਪੁਰੀ ਨੇ। ਪਰਲੋਂ ਦੇ ਅੰਦਰ ਓਮ ਤੱਕ ਸਾਰੀ ਸ੍ਰਿਸ਼ਟੀ ਦੇ ਜਿੰਨੇ ਵੀ ਮੰਡਲ ਹੈ ਉਹ ਸਾਰੇ ਹੀ ਢਹਿ ਜਾਂਦੇ ਹੈ। ਮਹਾਪਰਲੋਂ ਦੇ ਵਿੱਚ ਚੌਥੇ ਮੰਡਲ ਤੱਕ, ਭਵਰ ਗੁਫਾ ਤੱਕ ਸਾਰੇ ਮੰਡਲ ਢਹਿ ਜਾਂਦੇ ਹੈ। ਕਹਿਣ ਦਾ ਭਾਵ ਜਦ ਪਰਲੋਂ ਆਉਂਦੀ ਹੈ, ਜਿਹੜੀ ਪ੍ਰਿਥਵੀ ਹੈ ਉਹਨੂੰ ਪਾਣੀ ਘੋਲ ਲੈਂਦਾ ਹੈ, ਪਾਣੀ ਨੂੰ ਅਗਨੀ ਖੁਸ਼ ਕਰ ਦਿੰਦੀ ਹੈ, ਅਗਨੀ ਨੂੰ ਹਵਾ ਉਡਾ ਕੇ ਲੈ ਜਾਂਦੀ ਹੈ, ਔਰ ਹਵਾ ਆਕਾਸ਼ ਦੇ ਵਿੱਚ ਸਮਾ ਜਾਂਦੀ ਹੈ। ਆਕਾਸ਼ ਆਪਣੇ ਭੰਡਾਰ ਬ੍ਰਹਮ ਦੇ ਵਿੱਚ ਜਾ ਕੇ ਸਮਾ ਜਾਂਦਾ ਹੈ। ਦੁਨੀਆ ਦੇ ਅੰਦਰ ਧੰਦੂਕਾਰਾ ਛਾ ਜਾਂਦਾ ਹੈ। ਇਹ ਹੁਣ ਉਹਦੀ ਮੌਜ ਹੈ ਕਿ ਕਦ ਮੈਂ ਸ੍ਰਿਸ਼ਟੀ ਨੂੰ ਪੈਦਾ ਕਰਾਂ। ਮੈਂ ਕਈ ਦਫਾ ਗੁਰੂ ਨਾਨਕ ਦੀ ਬਾਣੀ ਦੱਸਦਾ ਹੁੰਦਾ, ਅਰਬਦ ਨਰਵ ਧੰਦੂਕਾਰਾ ਤੋ ਪਤਾ ਨਹੀਂ ਕਿਤਨੇ ਕੁ ਯੁੱਗ। ਸੋ ਇਸ ਵਾਸਤੇ ਆਪ ਪਿਆਰ ਨਾਲ ਕਹਿੰਦੇ ਹੈ ਕਿ ਸੰਸਾਰ ਜਿਹੜਾ ਹੈ ਇਹ ਸਦਾ ਹੀ ਕਾਇਮ ਨਹੀਂ ਰਹਿਣ ਵਾਲੀ ਵਸਤੂ। ਨਾ ਸੰਸਾਰ ਰਹਿ ਸਕਦਾ ਹੈ, ਨਾ ਸੰਸਾਰ ਦੀ ਪੈਦਾਇਸ਼ ਰਹਿ ਸਕਦੀ ਹੈ। ਇਸ ਵਾਸਤੇ ਆਪ ਕਹਿੰਦੇ ਹੈ ਕਿ ਜੇ ਅਸੀਂ ਸਵਰਗਾਂ ਦੇ ਵਿੱਚ ਚਲੇ ਜਾਵਾਂਗੇ ਉਹ ਵੀ ਭੋਗ ਜੁਨੀਆਂ ਹੈ, ਖਾਸ ਮਿਆਦ ਵਾਸਤੇ ਹੈ। ਜੇ ਅਸੀਂ ਇਹ ਸੰਸਾਰ ਦੇ, ਇਹ ਦੁਨੀਆ ਦੇ ਭੋਗ ਭੋਗ ਕੇ ਅਸੀਂ ਸੌਖੇ ਨਹੀਂ, ਤਾਂ ਉੱਥੇ ਸੂਖਸ਼ਮ ਭੋਗ ਭੋਗ ਕੇ ਕਿਸ ਤਰ੍ਹਾਂ ਸੌਖੇ ਹੋ ਜਾਵਾਂਗੇ। ਇੱਥੇ ਵੀ ਕਿਸੇ ਨੂੰ ਕਰਜ਼ਾ ਲੈਣ ਦਾ ਦੁੱਖ ਹੈ, ਕਿਸੇ ਨੂੰ ਦੇਣ ਦਾ ਦੁੱਖ ਹੈ, ਕੋਈ ਬੇਟਿਆਂ ਹੱਥੋਂ ਤੰਗ ਹੈ, ਕਿਸੇ ਦੇ ਨਾ ਬੇਟਾ ਹੋਣ ਕਰਕੇ ਦੁਖੀ ਹੈ, ਔਰ ਕਿਸੇ ਨੂੰ ਸਰੀਰ ਦਾ ਦੁੱਖ ਹੈ, ਕਿਸੇ ਨੂੰ ਕੋਈ ਦੁੱਖ ਹੈ। ਐਵੇਂ ਇੱਕ ਦੂਸਰੇ ਦਾ ਆਪਾਂ ਨੂੰ ਓਲਾ ਹੁੰਦਾ ਹੈ। ਤੁਸੀਂ ਸੋਚ ਕੇ ਦੇਖ ਲਓ, ਇਕੱਲੇ ਨੂੰ ਬੈਠ ਕੇ ਉਹਦੇ ਵਿਚਾਰੇ ਦੀ ਕਦੇ ਗੱਲ ਤਾਂ ਸੁਣ ਕੇ ਦੇਖੋ, ਇਹ ਲੱਗੇਗਾ ਕਿ ਸ਼ਾਇਦ ਐਡਾ ਕੋਈ ਔਖਾ ਨਾ ਹੀ ਹੋਵੇ ਹੋਰ। ਸੋ ਇਸ ਵਾਸਤੇ ਆ ਪਿਆਰ ਦੇ ਨਾਲ ਕਹਿੰਦੇ ਹੈ ਕਿ ਜੇ ਇੱਥੇ ਸਾਨੂੰ ਸੁੱਖ ਨਹੀਂ, ਇਹਨਾਂ ਭੋਗਾਂ ਦੇ ਵਿੱਚ ਅਸ਼ਾਂਤੀ ਹੈ, ਤੇ ਸਵਰਗਾਂ ਦੇ ਭੋਗ ਜਿਹੜੇ ਹੈ ਉੱਥੇ ਕਿੱਥੇ ਸ਼ਾਂਤੀ ਹੈ। ਸਵਰਗਾਂ ਦੀਆਂ ਕਹਾਣੀਆਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਉਂਦਾ ਹੈ, ਗੋਤਮ ਤਪਾ ਅਹਲਿਆ ਇਸਤਰੀ ਦੇਖ ਲੁਭਾਇਆ, ਸਹਿਸ ਸੇਨ ਪਗ ਹੋਏ ਤਾਂ ਮਨ ਪਛੋਤਾਇਆ। ਕਿ ਸਵਰਗਾਂ ਦਾ ਰਾਜਾ ਇੰਦਰ, ਜਿਸ ਦੀਆਂ ਆਪਾਂ ਆਮ ਕਹਾਣੀਆਂ ਲੋਕ ਕਰਦੇ ਆ, ਭਾਈ ਤੈਨੂੰ ਸਵਰਗ ਮਿਲਣਗੇ,
लेकिन कदे गुरु ग्रंथ साहिब नूं पढ़ के देखो कि वो कहता है कि स्वर्गां दा राजा जिहड़ा इंद्र सी वो उत्थे पछरां दे नाल शादियां करा के खुश ना होया, तो फिर भी उसने मातलोक दे अंदर गौतम रिखी दी, हालांकि आम शास्त्रां दे विच लिखिया है कि किसी अच्छे रिखी दी औरत नूं तकना तो हरेक वास्ते ही माड़ा है, लेकिन जिहड़ा इतना धर्मात्मा होवे उसका भी पिछा तकना किड्डा बुरा है। तो राजे इंद्र नूं जद काम ने जोश मारिया, अगर शांति हुंदी तो काम क्यों जोश मारदा, उन्हें अनेकां ही उपाव कीते उस औरत नूं मिलण वास्ते, आपदे छल बल दा सहारा लैके उसदा सतभंग कीता। आखिर जद गौतम रिखी नूं पता लग्या, उसने उसनूं श्राप दे दिता और हजारां ही उस तरह के चेन शरीर के उत्ते होए। हुण दुनिया नूं शक्ल दिखाउण जोगा भी न रहा, आखिर गौतम तो माफी मंगी। इस वास्ते संत महात्मा सानू प्यार ना कहते, क्या स्वर्ग क्या नरक संतन दो राधे। कबीर साहब कहते हैं, हम काहू की कान ना कट दे अपने गुर प्रसादे। संत ना तो किसी नूं डर ही पाउंदे है बई नरकां 'च दुखी होवोगे, ना स्वर्गां दा लालच दिंदे है। वो तो कहते प्यारिओ तुसी तुहानू लैण वास्ते वो शब्द रूप खुद ही परमात्मा संसार विच आउंदा है, उस रस्ते ते चलो। इस वास्ते आप प्यार नाल कहंदे है कि जे असीं वध तों वध स्वर्गां जा वड़दे हैं, लेकिन फिर संसार विच आउणा पैंदा है। स्वर्गां तो उतर के इंसान दा जामा जरूर मिलदा है। सो इस वास्ते फिर भी जे नाम मिल गया तो मुक्ति है, अगर नाम ना मिलिया तो फिर 84 जाना पैंदा है। इस वास्ते आप प्यार ना कहंदे है कि पाप करते हैं तो नरक 84 साढ़े वास्ते तैयारी है। तो आप प्यार ना कहंदे है कि बेशक तीर्थां दे उत्ते जाके तुसी घर पा लो, गुरु साहिब कहंदे है मुक्ति नाम तो बगैर फिर भी नहीं। एक दफा पार्वती शिवा नूं पुछण लगी, क्योंकि गंगा का परब लग्या होया सीगा कि ये किधर जा रहे हैं। वो कहण लगे कि गंगा स्नान करने जा रहे हैं। तो पार्वती कहण लगी भी इन्हां नूं कितना क फल मिलेगा, कि इन्ने लोग जाते ना सारिਆਂ नूं फल मिलेगा। वो कहण लगे नहीं, किसी नूं भी नहीं मिलदागा। फिर वो दयावान सी, कहंदे आ मैं तैनूं उत्थे तजर्बा भी करा देना है। तो शिवा ने तो अपना बिरध रूप, क्योंकि देवता सीगा, उन्होंने तो अपना बिरध रूप धारण कर लिया। तो पार्वती जैसी जवान लड़की सी वैसी बन के बैठ गई। हुण जेड़े उत्थों दी जांदे आ तीर्थां नूं, हरेक देखदा है कि बुढ़े कोले इस नौजवान औरत दा की काम है। बई एक नौजवान आया, वो कहण लगा तू बुढ़े कोले क्यों बैठी है, आ मैं तेनू नवा लेना है। वो चुप। सैकड़े हजारां शाम तक लंघे, सारे ऐसा ही कोई कोई बखौर टिचर करके लंघदा है, कोई कोई टिचकर करके लंघदा है। एक आया, वो कहण लग्या माता, और उन्होंने कहता तुसी पिता जी किस तरह बैठे हो। वो कहता भी मैथों तुरया नहीं जांदागा, ये लड़की कमजोर है, मैनू लिजा नहीं सकती गी। वो कहण लग्या तुसी मैं थानू एक वहंगी बना लेना है, एक जना पिछे बैठ जाओ, एक जना अगे, मैं हौली हौली थानू उठा के लै जाना है। तू मेरी बहन है, ये मेरा पिता है। उसने उन्होंने उठा लिया, थोड़ी जी दूर गए, वो गायब हो गए। तो शिव कहण लगे हुण तू आप ही न्याय कर लै भी ये लोग तीर्थां ते जांदे है कि तीर्थ इशनान है। अजकल तो थानू पता ही है जो कोई तीर्थां दे उत्ते है, मेले लगते हैं, घरों असी पैसा खर्च करके जाने, उत्थे सिनेमा च फिरते हैं।
ਕੌਣ ਉੱਥੇ ਮਹਾਤਮਾ ਹੈ ਜਿਹੜਾ ਸਾਨੂੰ ਸਤਸੰਗ ਸੁਣਾਉਂਦਾ ਹੈ? ਜੀ। ਲੱਖ ਨੇਕੀਆਂ ਚੰਗਿਆਈਆਂ, ਲੱਖ ਪੁੰਨਾ ਪਰਵਾਣ, ਲੱਖ ਤਪਿਓ ਪਰ ਤੀਰਥਾਂ, ਸਹਿਜ ਜੋਗ ਬੇਬਾਣ। ਬਹੁਤ ਸਾਰੇ ਸਾਧੂ ਅਸੀਂ ਉੱਥੇ ਜਾ ਕੇ ਦੇਖਦੇ ਰਹੇ ਹਾਂ। ਕੋਈ ਕਿੱਲਾਂ ਤੇ ਪਿਆ ਹੁੰਦਾ ਹੈ, ਕੋਈ ਬੜੀਆਂ ਤਿੱਖੀਆਂ ਸੂਲਾਂ ਉੱਪਰ ਪਿਆ ਹੁੰਦਾ ਹੈ, ਲੇਕਿਨ ਉਹਦੀ ਪਿਛਲੀ ਸਾਈਡ ਦੇ ਵਿੱਚ ਛੋਟਾ ਜਿਹਾ ਇੱਕ ਤੰਬੂ ਵੀ ਲੱਗਿਆ ਹੁੰਦਾ ਹੈ। ਇਹ ਮੈਂ ਨਿੰਦਿਆ ਨਹੀਂ ਕਰਦਾ, ਜੋ ਕੁਛ ਮੈਂ ਅੱਖਾਂ ਨਾਲ ਦੇਖਦਾ ਰਿਹਾ ਹਾਂ। ਔਰ ਉਸ ਦੇ ਵਿੱਚ ਉਸ ਦਾ ਰਸਦ ਪਾਣੀ ਹੁੰਦਾ ਹੈ, ਉਹਦਾ ਸਹਾਇਕ ਉਹਦੇ ਵਿੱਚ ਹੁੰਦਾ ਹੈ, ਉਸ ਦੀ ਹਰੇਕ ਜ਼ਰੂਰਤ ਪੂਰੀ ਕਰਨ ਵਾਸਤੇ। ਲੇਕਿਨ ਕੁਛ ਟਾਈਮ ਵਾਸਤੇ ਉਹਨਾਂ ਸੂਲਾਂ ਤੇ ਆ ਕੇ ਪੈ ਜਾਣਾ ਹੈ। ਅਸੀਂ ਜਿਹੜੇ ਕੋਲ ਦੀ ਲੰਘਣ ਵਾਲੇ ਹੁੰਦੇ ਆ, ਉੱਥੇ ਖੂਬ ਮਾਇਆ ਸਿੱਟਦੇ ਹਾਂ, ਬਈ ਦੇਖੋ ਬਈ ਸਾਧੂ ਕਿਸ ਤਰ੍ਹਾਂ ਦਾ ਤਪ ਕਰ ਰਿਹਾ ਹੈ, ਕਿੱਲਾਂ ਤੇ ਪਿਆ ਹੈ। ਕਿਉਂਕਿ ਸਰੀਰ ਨੂੰ ਦੁੱਖ ਦੇਣ ਦੇ ਨਾਲ ਕਸ਼ਟ ਦੇਣ ਵਾਸਤੇ ਤਾਂ ਪਰਮਾਤਮਾ ਨਹੀਂ ਮਿਲਦਾਗਾ, ਲੇਕਿਨ ਉਹ ਤਾਂ ਇੱਕ ਮਾਇਆ ਦਾ ਵਪਾਰ ਹੈ। ਜਦ ਗੁਰੂ ਨਾਨਕ ਦੇਵ ਜੀ ਕੁਰੂਕਸ਼ੇਤਰ ਦੇ ਅੰਦਰ ਗਏ ਸੀਗੇ, ਉੱਥੇ ਵੀ ਇੱਕ ਨੇ ਢੌਂਗ ਰਚਿਆ ਸੀਗਾ, ਕਿੱਲਾਂ ਤੇ ਪਿਆ ਸੀ, ਕਹਿੰਦਾ ਮੈਨੂੰ ਤਰਲੋਕੀ ਤੱਕ ਦਿਸਦਾ ਹੈ। ਤਾਂ ਗੁਰੂ ਨਾਨਕ ਨੇ ਉਹਨਾਂ ਨੂੰ ਸਮਝਾਉਣ ਵਾਸਤੇ ਬੜੇ ਪਿਆਰ ਨਾਲ ਬਾਲੇ ਨੂੰ ਕਿਹਾ ਕਿ ਇਹਦਾ ਜਿਹੜਾ ਲੋਟਾ ਅੱਗੇ ਪਿਆ ਹੈ, ਕਿਉਂਕਿ ਅੱਖਾਂ ਕਿਤੇ ਹੀ ਖੋਲਦਾ ਸੀਗਾ, ਤਾਂ ਹੌਲੀ ਦੇਖ ਲੈਣਾ ਵੀ ਕੋਈ ਲੋਟਾ ਵੀ ਕੋਈ ਚੱਕ ਨਾ ਲਿਆਵੇ, ਕਿਉਂਕਿ ਸਾਰਾ ਮਾਲ ਉਸੇ ਵਿੱਚ ਹੀ ਹੁੰਦਾ ਸੀਗਾ। ਤਾਂ ਬਾਲੇ ਨੂੰ ਕਿਹਾ ਕਿ ਜਦੋਂ ਇਹ ਅੱਖ ਬੰਦ ਕਰੇ ਫੌਰਨ ਲੋਟਾ ਇਹਦੇ ਪਿਛਲੇ ਪਾਸੇ ਰੱਖ ਦੇਣਾ। ਤਾਂ ਗੁਰੂ ਨਾਨਕ ਦੇ ਮਰਦਾਨਾ ਉਹਨਾਂ ਦੇ ਅੱਗੇ ਹੱਥ ਜੋੜ ਕੇ ਬੈਠ ਗਏ। ਜਦੋਂ ਉਸਨੇ ਲੋਟਾ ਦੇਖਿਆ ਤਾਂ ਚੋਰ ਕੌਣ ਹੈ ਵੀ ਜਿਹੜਾ ਸਾਹਮਣੇ ਬੈਠਾ ਹੈ? ਉਹ ਕਹਿੰਦਾ ਕਿਉਂ ਬਈ ਤੁਸੀਂ ਮੇਰਾ ਲੋਟਾ ਉਠਾਇਆ ਹੈ? ਉਹ ਕਹਿਣ ਲੱਗੇ ਵੀ ਇਹ ਸਾਡੇ ਪਾਸ ਕਿੱਥੇ ਹੈ। ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸ਼ਬਦ ਵਿਚਾਰਿਆ ਹੈ ਕਿ ਕਿਸ ਤਰ੍ਹਾਂ ਤੂੰ ਪਖੰਡ ਕਰਦਾ ਕਿ ਮੈਨੂੰ ਤਰਲੋਕੀ ਦਿਸਦੀ ਹੈ, ਮਗਰ ਪਾਛੇ ਕੁਛ ਨਾ ਸੂਝੇ, ਸੂਝ ਤੇ ਤੈਨੂੰ ਲੋਏ, ਨਾ ਤੈਨੂੰ ਮਗਰ ਦੀਦਾ ਹੈ ਵੀ ਲੋਟਾ ਤੇਰੇ ਪਿੱਛੇ ਪਿਆ ਹੈ। ਸੋ ਇਸ ਵਾਸਤੇ ਸੰਤਾਂ ਦਾ ਤੀਰਥ ਤੇ ਜਾਣਾ ਕੋਈ ਇਹ ਨਹੀਂ ਹੁੰਦਾਗਾ, ਸਿਰਫ ਉਹਨਾਂ ਦੇ ਗੱਲ ਦੇ ਵਿੱਚ ਰਾਜ ਹੁੰਦਾ ਹੈ, ਸਮਝਾਉਣ ਹੁੰਦਾ ਹੈ। ਤੋ ਆਪ ਪਿਆਰ ਦੇ ਨਾਲ ਕਹਿੰਦੇ ਹੈ ਕਿ ਜਿਹੜੇ ਇਸ ਤਰ੍ਹਾਂ ਦੇ ਅਸੀਂ ਤਪ ਕਰਦੇ ਹਾਂ, ਜਾ ਕੇ ਤੀਰਥਾਂ ਦੇ ਉੱਤੇ ਵਿਖਾਵੇ ਦੇ ਕਰਦੇ ਹਾਂ, ਉਹ ਸਿਰਫ ਮਾਇਆ ਦਾ ਵਪਾਰ ਹੈ। ਹਾਂ ਭਾਈ। ਲੱਖ ਤਪਿਓ ਪਰ ਤੀਰਥਾਂ, ਸਹਿਜ ਜੋਗ ਬੇਬਾਣ। ਹੁਣ ਆਪ ਪਿਆਰ ਦੇ ਨਾਲ ਕਹਿੰਦੇ ਹੈ ਅਨੇਕਾਂ ਜੋਗੀ। ਮਹਾਰਾਜ ਸਾਵਣ ਸਿੰਘ ਜਦ ਹਰਿਦੁਆਰ ਗਏ ਹੈ, ਉਹ ਇੱਕ ਜੋਗੀ ਉੱਥੇ ਐਲਾਨ ਕਰ ਰਿਹਾ ਸੀਗਾ ਕਿ ਮੈਨੂੰ ਤੁਸੀਂ ਜ਼ਮੀਨ ਵਿੱਚ ਗੱਡ ਦਿਓ, ਮੈਂ ਜਿੰਦਾ ਰਹਿ ਜਾਊਂਗਾ ਬਗੈਰ ਕੁਝ ਖਾਧੇ ਪੀਤਿਆਂ। ਮਹਾਰਾਜ ਜੀ ਪੁੱਛਣ ਲੱਗੇ ਕਿਉਂ ਵੀ ਤੇਰੀ ਕਿੱਥੋਂ ਤੱਕ ਚੜ੍ਹਾਈ ਹੈ? ਕਹਿਣ ਲੱਗੇ ਜੀ ਚੜ੍ਹਾਈ ਤਾਂ ਮੇਰੀ ਕੋਈ ਹੈ ਨਹੀਂ ਗੀ, ਸਿਰਫ ਹਠ ਯੋਗ ਹੈ। ਤਾਂ ਮਹਾਰਾਜ ਕਹਿਣ ਲੱਗੇ ਵੀ ਕਦੇ ਕੋਈ ਅੰਦਰ ਚੰਗਿਆੜਾ ਦੇਖਿਆ, ਕਦੇ ਮਨ ਨੂੰ ਵੀ ਸ਼ਾਂਤੀ ਆਈ? ਇਹ ਮਹਾਰਾਜ ਜੀ ਆਪ ਸਤਸੰਗ ਦੇ ਵਿੱਚ ਸਦਾ ਸੁਣਾਉਂਦੇ ਰਹੇ ਜੋ ਉਹਨਾਂ ਦਾ ਆਪਦਾ ਤਜਰਬਾ ਸੀਗਾ। ਕਹਿਣ ਦਾ ਭਾਵ ਉਹਨਾਂ ਦਾ ਇਤਨਾ ਹੀ ਸੀਗਾ ਕਿ ਅਸੀਂ ਆਮ ਤੌਰ ਦੇ ਉੱਤੇ ਕੀ ਕਰਦੇ ਹਾਂ ਕਿ ਇਹਨਾਂ ਸਾਧਨਾਂ ਨੂੰ ਮੁਕਤੀ ਦਾ ਸਾਧਨ ਸਮਝ ਬੈਠਦੇ ਹਾਂ ਜੀ।
ਲੱਖ ਤਪਿਓ ਪਰ ਤੀਰਥਾਂ ਸਹਿਜ ਜੋਗ ਬੇਬਾਣ ਲੱਖ ਸੂਰਤਨ ਸੰਗਰਾਮ ਰਣ ਮੈਂ ਛੂਟੈ ਪ੍ਰਾਣ। ਆਪ ਕਹਿਣ लगे तुसी सूरमताई दे लखां करतब जाणदे हो। अच्छा है, भेड़ की तरह किसी दे अगे ना लगना, सूरमा बनना बुरी बात नहीं गी, लेकिन थोड़े प्राण भी भावें रण विच क्यों ना छुट जावे। जे असी ये कहिए कि असी परमात्मा नूं इस तरीके नाल मिल लांगे तो गुरु नानक साहब कहण लगे नहीं जी। ਲੱਖ ਸੂਰਤਨ ਸੰਗਰਾਮ ਰਣ ਮੈਂ ਛੂਟੈ ਪ੍ਰਾਣ ਲੱਖ ਸੁਰਤੀ ਲੱਖ ਗਿਆਨ ਧਿਆਨ ਪੜ੍ਹੀਐ ਪਾਠ ਪੁਰਾਣ। साढ़े 18 प्राण और 27 सुरतियां हैं। वो कहते पे तुम लखां सुरतियां होर भी वेद शास्त्र पढ़ लो, क्योंकि असी जितने भी ग्रंथ बगीचे दे विच जिन्ना चिर पढ़ते हैं, सैर करते हैं, आनंद लेने हैं, जदों किताब ठप दिती फिर असी मन दे वस हो जाने हैं। ਉਹੀ ਸਾਡੇ ਅੰਦਰ ਕਾਮ ਹੁੰਦਾ, ਉਹੀ ਕ੍ਰੋਧ ਹੁੰਦਾ ਹੈ, ਉਹੀ ਮਨ ਦੇ ਅੰਦਰ ਸ਼ਰਾਰਤਾਂ ਹੁੰਦੀਆਂ ਹਨ। ਪੜ੍ਹਨ ਨਾਲ ਸ਼ਾਂਤੀ ਆਉਂਦੀ। ਤੋ ਜਿਹੜਾ ਰਾਜਾ ਰਾਵਣ ਸੀਗਾ ਉਹ ਦੁਨੀਆ ਦੇ ਵਿੱਚ ਬਹੁਤ ਪੜ੍ਹਿਆ ਲਿਖਿਆ ਸੀਗਾ। ਰਾਵਣ ਟੀਕਾ ਅੱਜ ਵੀ ਹਿੰਦੁਸਤਾਨ ਦੇ ਅੰਦਰ ਮਸ਼ਹੂਰ ਹੈ, ਲੇਕਿਨ ਗੁਰੂ ਨਾਨਕ ਨੇ ਜਾਂ ਕਬੀਰ ਸਾਹਿਬ ਨੇ ਉਹਨਾਂ ਨੂੰ ਮੂਰਖ ਦੀ ਪਦਵੀ ਦਿੱਤੀ। मूर्ख रावण क्या ले गया, लंका गढ़ सोने का पिया, कि उसने बड़ी अच्छी तरक्की की थी, अच्छे उसने आपदे साधन बढ़ाए, लेकिन की सी जे मन वस दे विच हुंदा तो वो पराइयां औरतां नूं क्यों चराउंदा फिरदा, सर्वनाश क्यों कराउंदा। बई किसे दा दिल करदा है कि मैं बदनामी करावां, तो इस वास्ते आप कहते लंका गढ़ सोने का पिया, मूर्ख रावण क्या ले गया। जे पढ़ पढ़ाई दे विच शांति हुंदी तो रावण नूं जरूर शांति आ जानी चाहिदी सी। इस वास्ते आप सानू ये नहीं पता कि असी पढ़न दियां तां डींगा मारदे हैं कि असी इतने पढ़े लिखे हैं। कदे ये नहीं सोचिया कि ग्रंथां शास्त्रां दा परमात्मा दी दरगाह दे विच इक कौडी मुल नहीं। गुरु साहिब कहंदे है कि भावें तुसी पढ़ के गड्ढे लद दिओ, भावें जहाज लद दिओ, भावें खाते भर दिओ, पढ़ना होर चीज़ है, उस दे उत्ते विचार करना कोई होर चीज़ है। मैं दसदा हुंदा पढ़े दा की फायदा जे उस ते अमल ना कीता, उस पढ़ाए दा की फायदा जे उस नूं समझिया ना था। पढ़िया इल्म अमल ना कीता तो पढ़िया फिर पढ़ाया की उस पढ़ाए दा फायदा है। अजकल तो जो कुछ असी पढ़ाने हैं वो देखी जाने हैं, ठेके ते पढ़ाने हैं। वो भाई या पंडित बेचारा घरे लग्या पिया है मत्था मारन, असी या तो खेतां 'च फिरदे हैं या दुकानां दे उत्ते गाहकां नाल मत्थे मारदे हैं। इस वास्ते महात्मा कहंदे है जां तां खुद पढ़िया हुंदा बैठ के या सुनिया हुंदा, सानू पता तो लगता कि जिस महात्मा की बाणी असी अपने घर विच लियाए हैं ये सानू की कहंदी है, साडे वास्ते की उपदेश करदी है, असी किहड़े पासे जा रहे हैं, साडे विच की कमियां हैं। हाँ, ਲੱਖ ਸੁਰਤੀ ਲੱਖ ਗਿਆਨ ਧਿਆਨ ਪੜ੍ਹੀਐ ਪਾਠ ਪੁਰਾਣ ਜਿਨ ਕਰਤੈ ਕਰਣਾ ਕੀਆ
ਲਿਖਿਆ ਆਵਣ ਜਾਣ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਹੈ ਕਿ ਸਾਨੂੰ ਉਸ ਪਰਮਾਤਮਾ ਦਾ ਇਹੀ ਫਰਮਾਨ ਹੈ ਕਿ ਬਈ ਇਹਦੇ ਨਾਲ ਤੁਹਾਡਾ ਆਉਣਾ ਜਾਣਾ ਸੰਸਾਰ ਦੇ ਵਿੱਚੋਂ ਚੱਕਰ ਨਹੀਂ ਪੜ੍ਹਾਈ ਨਾ ਖਤਮ ਹੁੰਦਾਗਾ। ਤੋ ਚੱਕਰ ਤਾਂ ਸ਼ਬਦ ਨਾਮ ਦੀ ਕਮਾਈ ਨਾਲ ਹੀ ਤੁਹਾਡਾ ਖਤਮ ਹੋਏਗਾ ਜੀ। ਜਿਨ ਕਰਤੇ ਕਰਣਾ ਕੀਆ ਲਿਖਿਆ ਆਵਣ ਜਾਣ। ਨਾਨਕ ਮਤੀ ਮੇਥਿਆ ਕਰਮ ਸੱਚਾ ਨੀਸਾਨ। ਪੌੜੀ। ਸੱਚਾ ਸਾਹਿਬ ਏਕ ਤੂੰ ਜਿਨ ਸਚੋ ਸੱਚ ਵਰਤਾਇਆ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਬੜੇ ਪਿਆਰ ਨਾਲ ਦੱਸਦੇ ਹੈ ਕਿ ਸੰਸਾਰ ਦੇ ਵਿੱਚ ਉਹ ਪਰਮਾਤਮਾ ਇੱਕ ਹੈ। ਇਹ ਨਹੀਂ ਕੋਈ ਹਿੰਦੂਆਂ ਦਾ ਹੋਰ ਹੈ ਜਾਂ ਸਿੱਖਾਂ ਦਾ ਹੋਰ ਹੈ ਜਾਂ ਮੁਸਲਮਾਨ ਜਾਂ ਈਸਾਈਆਂ ਦਾ ਹੋਰ ਹੈ ਜਾਂ ਹਿੰਦੁਸਤਾਨ ਵਾਲਿਆਂ ਦਾ ਹੋਰ ਪਰਮਾਤਮਾ ਹੈ ਜਾਂ ਅਮਰੀਕਾ ਵਾਲਿਆਂ ਦਾ ਹੋਰ ਹੈ। ਧਰਤੀ ਤੇ ਕੋਈ ਪਸ਼ੂ ਹੈ, ਪੰਛੀ ਹੈ, ਇਨਸਾਨ ਹੈ, ਸਭ ਦਾ ਪਰਮਾਤਮਾ ਇੱਕ ਹੈ। ਇਸ ਵਾਸਤੇ ਆਪ ਕਹਿਣ ਲੱਗੇ ਕਿ ਇਹ ਸੰਸਾਰ ਦੀ ਰਚਨਾ ਵੀ ਉਸੇ ਪਰਮਾਤਮਾ ਨੇ ਕੀਤੀ ਹੈ। ਜੋ ਕੁਛ ਇੱਥੇ ਚੱਲ ਫਿਰ ਰਿਹਾ ਹੈ ਇਹ ਉਹ ਸੱਚੇ ਪਰਮਾਤਮਾ, ਸੱਚ ਦਾ ਮਤਲਬ ਜਿਹੜਾ ਕਦੇ ਨਾਸ ਨਹੀਂ ਹੁੰਦਾ, ਫਨਾ ਨਹੀਂ ਹੁੰਦਾਗਾ, ਉਸ ਦੇ ਆਧਾਰ ਤੇ ਸਾਡੇ ਖੰਡ ਬ੍ਰਹਮੰਡ ਚੱਲ ਰਹੇ ਹੈ। ਉਹ ਪਰਮਾਤਮਾ ਅੰਦਰ ਹੋਣ ਕਰਕੇ ਹੀ ਅਸੀਂ ਦੌੜੇ ਫਿਰਦੇ ਹਾਂ। ਸਾਡਾ ਹਰ ਇੱਕ ਭੈਣ ਭਰਾ ਆਦਰ ਕਰਦਾ ਹੈ। ਜਦੋਂ ਪਰਮਾਤਮਾ ਦੀ ਤਾਕਤ ਕਿਰਨ ਆਤਮਾ ਸਾਡੇ ਵਿੱਚ ਉਡਾਰੀ ਮਾਰ ਜਾਂਦੀ ਹੈ, ਇਹ ਸਰੀਰ ਦੀ ਕੋਈ ਕੌਡੀ ਦੇਣ ਵਾਸਤੇ ਤਿਆਰ ਨਹੀਂਗਾ। ਜਿਸ ਔਰਤ ਦਾ ਮਰਦ ਦਾ ਆਪਸਰੀ ਵਿੱਚ ਕਿੰਨਾ ਲਗਾਓ ਹੁੰਦਾ ਹੈ, ਜਿਸ ਬੇਟੇ ਨਾਲ ਪਿਤਾ ਦਾ ਮਾਤਾ ਦਾ ਲਗਾਓ ਹੁੰਦਾ ਹੈ, ਇੱਕ ਸਕਿੰਟ ਵਾਸਤੇ ਅਸੀਂ ਪਰਾਇਆ ਕਰ ਲੈਂਦੇ ਹਾਂ। ਜੇ ਸਰੀਰ ਨੂੰ ਦੇਖ ਕੇ ਸਾਰੇ ਖੁਸ਼ ਹੁੰਦੇ ਹੈ, ਉਹ ਡੈਣ ਵਰਗਾ ਚਿਹਰਾ ਹੋ ਜਾਂਦਾ ਹੈ। ਥੋੜੇ ਚਿਰ ਬਾਅਦ ਹੀ ਉਹ 'ਚੋਂ ਬਦਬੂ ਆਉਣੀ ਸ਼ੁਰੂ ਹੋ ਜਾਂਦੀ ਹੈ। ਤੋ ਸੰਤ ਕਹਿੰਦੇ ਆ ਚਾਹੇ ਤੁਸੀਂ ਉਸ ਨੂੰ ਆਤਮਾ ਕਹਿ ਲਓ, ਕਰੰਟ ਕਹਿ ਲਓ ਜਾਂ ਕੀਮਤੀ ਸਰੀਰ ਦਾ ਜੌਹਰ ਕਹਿ ਲਓ, ਤੁਸੀਂ ਜਦ ਇਸ ਨੂੰ ਤੁਸੀਂ ਇਸ ਦੇ ਭੰਡਾਰ ਵਿੱਚ ਨਹੀਂ ਮਿਲਾਉਂਦੇਗੇ, ਉਹਨਾਂ ਚਿਰ ਕਿਸ ਤਰ੍ਹਾਂ ਤੁਸੀਂ ਮੁਕਤੀ ਪ੍ਰਾਪਤ ਕਰ ਸਕਦੇ ਹੋ। ਉਸ ਪਰਮਾਤਮਾ ਦੇ ਮਿਲਣ ਦਾ ਇੱਕੋ ਹੀ ਤਰੀਕਾ ਹੈ, ਉਹ ਵੀ ਇੱਕ ਹੀ ਹੈ। ਔਰ ਉਹ ਤਰੀਕਾ ਜੋ ਹੈ, ਸਾਧਨ ਜੋ ਹੈ, ਉਹ ਕਿਸੇ ਸੰਤ ਨੇ ਨਵਾਂ ਨਹੀਂ ਬਣਾਇਆ, ਨਾ ਉਹਨੂੰ ਕੋਈ ਨਵਾਂ ਬਣਾ ਹੀ ਸਕਦਾ ਹੈ। ਜਦ ਉਹ ਕਲਾਕਾਰ ਪਰਮਾਤਮਾ ਮਾਤਾ ਦੇ ਪੇਟ ਅੰਦਰ ਆ ਕੇ ਸਾਡੀ ਸਿਰਜਣਾ ਕਰਦਾ ਸਰੀਰ ਦੀ, ਇਹ ਉਸ ਨੂੰ ਪਤਾ ਹੈ ਕਿ ਕਿੱਥੇ ਅੱਖਾਂ ਲਾਉਣੀਆਂ ਹਨ, ਕਿੱਥੇ ਕੰਨ ਲਾਉਣੇ ਹੈ, ਜ਼ਬਾਨ ਕਿੱਥੇ ਲਾਉਣੀ ਹੈ, ਜ਼ਬਾਨ ਨੂੰ ਹਰਕਤ ਕਿਸ ਤਰ੍ਹਾਂ ਮੈਂ ਦੇਣੀ ਹੈ, ਕਿੱਥੇ ਲੱਤਾਂ ਲਾਉਣੀਆਂ ਹਨ, ਕਿੱਥੇ ਰੋਮ ਉਗਾਉਣੇ ਹੈ, ਕਿੱਥੇ ਨਹੀਂ ਉਗਾਉਣੇ ਹੈ। ਅਸੀਂ ਰੋਜ਼ ਦੇਖਦੇ ਹਾਂ ਉਸ ਮਹਾਨ ਕਲਾਕਾਰ ਦੀ ਕਿਰਤ। ਜਦ ਇਹ ਚੀਜ਼ਾਂ ਸੰਤ ਕਹਿੰਦੇ ਸੱਚ ਹੈ, ਤਾਂ ਉਹਨੇ ਆਪਦੀ ਸੀਟ ਬੈਠਣ ਵਾਲੀ ਵੀ ਔਰ ਉਹ ਸੀਟ ਤੇ ਪਹੁੰਚਣ ਵਾਸਤੇ ਰਸਤਾ ਵੀ ਉਹ ਪਰਮਾਤਮਾ ਨੇ ਖੁਦ ਬਣਾਇਆ ਹੈ। ਉਹਨੂੰ ਅਸੀਂ ਘਟਾ ਨਹੀਂ ਸਕਦੇ, ਵਧਾ ਨਹੀਂ ਸਕਦੇਗੇ। तो उतना ही प्राणा है जितना कि परमात्मा खुद प्राणा है। सो इस वास्ते आप प्यार ना कहते हैं वो परमात्मा भी एक है, ਉਹਦੇ ਮਿਲਣ ਦਾ जो साधन और तरीका है वो भी एक है। ਜਿਹਨੂੰ ਅੱਜ ਤੱਕ ਉਹ ਪਰਮਾਤਮਾ ਮਿਲਿਆ ਸਰੀਰ ਦੇ ਅੰਦਰੋਂ ਮਿਲਿਆ ਹੈ, ਜਿਸ ਨੂੰ ਵੀ ਮਿਲੇਗਾ ਉਸ ਨੂੰ ਵੀ ਅੰਦਰੋਂ ਹੀ ਮਿਲੇਗਾ। ਇਸ ਵਾਸਤੇ ਕਬੀਰ ਸਾਹਿਬ ਕਹਿੰਦੇ ਹੈ कि ज्यों तिल माही तेल है, ज्यों चखमख में आग, तेरा प्रीतम तुझ में जाग सके तू जाग। तिलां दे अंदर तेल है, पत्थर अंदर अग्नि है। इसे तरह तेरा परमात्मा जिस नूं तू मिल के ही मुक्ति हासिल कर सकदा, वो तेरे अंदर है।
ਸਚਾ ਸਾਹਿਬ ਏਕ ਤੂੰ, ਜਿਨ ਸਚੋ ਸਚ ਵਰਤਾਇਆ। ਜਿਸ ਤੂੰ ਦੇ ਤਿਸ ਮਿਲੇ ਸਚ, ਤਾਂ ਤਿੰਨੀ ਸਚ ਕਮਾਇਆ। ਇਹ ਵੀ ਪ੍ਰਮਾਤਮਾ ਨੇ ਸਭ ਕੁਝ ਆਪਣੇ ਹੱਥ ਵਿੱਚ ਰੱਖਿਆ ਹੈ ਕਿ ਮੈਂ ਕਿਸ ਨੂੰ ਆਪਦੇ ਸਾਥ ਮਿਲਾਉਣਾ ਹੈ, ਕਿਹਨੂੰ ਨਹੀਂ ਮਿਲਾਉਣਾਗਾ। ਸਾਰੇ ਆਪਾਂ ਕੋਸ਼ਿਸ਼ ਕਰਦੇ ਹਾਂ, ਲੇਕਿਨ ਇਹ ਸਭ ਕੁਝ ਉਹਨੇ ਆਪਦੇ ਹੱਥ ਵਿੱਚ ਰੱਖਿਆ ਹੈ। ਮੈਂ ਕਿਸ ਦੇ ਦਿਲ ਅੰਦਰ ਆਪਣੇ ਨਾਮ ਦੀ ਭੁੱਖ ਪੈਦਾ ਕਰਨੀ ਹੈ, ਪਿਆਸ ਪੈਦਾ ਕਰਨੀ ਹੈ, ਕਿਸ ਦੇ ਅੰਦਰ ਨਹੀਂ ਕਰਨੀ। ਮਹਾਰਾਜ ਸਾਵਨ ਸਿੰਘ ਸਤਸੰਗ ਦੇ ਵਿੱਚ ਇੱਕ ਆਪਣੇ ਦੋਸਤ ਦੀ, ਜਦੋਂ ਆਰਮੀ ਵਿੱਚ ਹੁੰਦੇ ਸੀ, ਉਹਦੀ ਇੱਕ ਕਹਾਣੀ ਦੱਸਦੇ ਹੁੰਦੇ ਸੀਗੇ। ਕਿਸ਼ਨ ਸਿੰਘ ਉਹਦਾ ਨਾਮ ਸੀਗਾ। ਉਹ ਕਾਫੀ 5-5, 6-6 ਘੰਟੇ, ਜੈਸੇ ਕਿ ਮੈਂ ਆਪਣੀ ਜ਼ਿੰਦਗੀ ਦਾ ਦੱਸਦਾ ਹੁੰਦਾ ਕਿ 8 ਘੰਟੇ ਮੈਂ ਬਾਣੀ ਪੜ੍ਹਦਾ ਸੀਗਾ ਹਰ ਰੋਜ਼। ਇਸੇ ਤਰ੍ਹਾਂ ਕਿਸ਼ਨ ਸਿੰਘ ਵੀ 5 ਘੰਟੇ ਹਰ ਰੋਜ਼ ਸੁਖਮਨੀ ਸਾਹਿਬ, ਜਪਜੀ ਸਾਹਿਬ ਔਰ ਆਨੰਦ ਸਾਹਿਬ, ਜੋ 5 ਬਾਣੀਆਂ ਸਿੱਖਾਂ ਦੀਆਂ, ਉਹ ਸਾਰੀਆਂ ਪੜ੍ਹਦਾ ਸੀਗਾ। ਦਿਲ ਦੇ ਵਿੱਚ ਖਿਆਲ ਆਇਆ ਕਿ ਇੰਨਾ ਨੇਕ ਇਹਦਾ ਜੀਵਨ ਹੈ, ਐਡਾ ਅੱਛਾ ਹੈ, ਅਗਰ ਇਹ ਨਾਮ ਲੈ ਲੇ ਤੇ ਸੋਨੇ ਤੇ ਸੁਹਾਗਾ ਹੈ। ਤੋ ਬਾਬਾ ਜੈਮਲ ਸਿੰਘ ਉੱਥੇ ਗਏ ਸੀ ਘੋਮਰੀ। ਉਹਨਾਂ ਨੇ ਅਰਜ਼ ਕੀਤੀ ਕਿ ਜੀ ਜੇ ਤੁਸੀਂ ਕਿਸ਼ਨ ਸਿੰਘ ਨੂੰ ਨਾਮ ਦਿਓ ਤਾਂ ਬੜਾ ਅੱਛਾ ਹੈ। ਤੋ ਮਹਾਰਾਜ ਜੀ ਕਹਿਣ ਲੱਗੇ ਕਿ ਮੈਂ ਆਪਦਾ ਸੜਕ ਦੀ ਦੇਖਭਾਲ ਕਰਨੇ ਚਲਿਆ ਗਿਆ, ਕਿਉਂਕਿ ਮਹਾਰਾਜ ਜੀ ਉੱਥੇ ਇੰਜੀਨੀਅਰ ਸਨ, ਉਹ ਸੜਕ ਦੀ ਦੇਖਭਾਲ ਉੱਥੇ ਕਰਦੇ ਸਨ। ਤੋ ਕਿਸ਼ਨ ਸਿੰਘ ਨੂੰ ਘਰੇ ਛੱਡ ਗਏ, ਬਈ ਤੂੰ ਬਾਬਾ ਜੀ ਨਾਲ ਬਾਤਚੀਤ ਕਰ ਲਈ। ਉਹਨਾਂ ਨੇ ਆਖਿਆ ਵੀ ਇਹਨੂੰ ਨਾਮ ਦੇ ਦੇਣਗੇ। ਕਿਸ਼ਨ ਸਿੰਘ ਨੇ ਜਿਉਂ ਆਪਦਾ ਗ੍ਰੰਥ ਖੋਲ੍ਹਿਆ, ਕਿਉਂਕਿ ਸੰਤਾਂ ਦੇ ਕਾਇਦਾ ਚਾਹੇ ਤੁਸੀਂ ਸੁਣਾਈ ਜਾਓ, ਉਹ ਸੁਣ ਲੈਂਦੇ ਹੈ। ਉਹ ਸੁਣਾਈ ਗਿਆ। ਆਖਰ ਕਈ ਘੰਟੇ ਬੈਠ ਕੇ ਕਿਸ਼ਨ ਸਿੰਘ ਉੱਠ ਗਿਆ। ਉਹਨੇ ਇੱਕ ਦਫਾ ਵੀ ਨਹੀਂ ਕਿਹਾ ਕਿ ਜੀ ਨਾਮ ਤੋਂ ਬਗੈਰ ਮੁਕਤੀ ਨਹੀਂ, ਜਾਂ ਨਾਮ ਵੀ ਚਾਹੀਦਾ ਹੈ। ਜਦੋਂ ਮਹਾਰਾਜ ਸਾਵਨ ਸਿੰਘ ਆਏ, ਉਹ ਬਾਬਾ ਜੀ ਨੂੰ ਪੁੱਛਣ ਲੱਗੇ ਕਿ ਜੀ ਕਿਸ਼ਨ ਸਿੰਘ ਨੂੰ ਨਾਮ ਦੇਤਾ? ਉਹ ਕਹਿਣ ਲੱਗੇ ਕਿ 7 ਜਨਮ ਇਸ ਨੂੰ ਨਾਮ ਨਹੀਂ ਮਿਲੇਗਾ, ਇਹਦੇ ਬੜੇ ਸਖਤ ਕਰਮ ਹੈ, ਇਹ ਜਿੰਦਾ ਸੜਿਆ ਕਰੇਗਾ। ਮਹਾਰਾਜ ਜੀ ਕਹਿੰਦੇ ਹੁੰਦੇ ਸੀ ਕਿ ਅਸੀਂ ਉਸ ਦਾ ਜੀਵਨ, ਉਹ ਤਾਂ ਖੁਦ ਹੀ ਦੇਖਿਆ ਸੀ ਉੱਥੇ ਆਰਮੀ ਸੜਦਾ, ਤੇ ਜੇ ਉਹ ਦਇਆ ਨਾ ਕਰੇ। ਮਹਾਰਾਜ ਜੀ ਸਾਵਣ ਸਿੰਘ ਕਹਿਣ ਲੱਗੇ ਕਿ ਜੀ ਇਹ ਤਾਂ ਬੜਾ ਪ੍ਰੇਮੀ ਹੈ, ਬਹੁਤ ਹੀ ਕਦੇ ਕੋਈ ਮਾੜਾ ਕਰਮ ਹੀ ਨਹੀਂ ਕੀਤਾ, ਰੋਜ਼ ਬਾਣੀ ਪੜ੍ਹਦਾ ਹੈ। ਮਹਾਰਾਜ ਕਹਿੰਦੇ ਪੜ੍ਹਨਾ ਹੋਰ ਚੀਜ਼ ਹੈ, ਅਮਲ ਕਰਨਾ ਕੋਈ ਹੋਰ ਚੀਜ਼ ਹੈ, ਸਮਝਣਾ ਹੋਰ ਚੀਜ਼ ਹੈ। ਜਿਸ ਤੂੰ ਦੇ ਤਿਸ ਮਿਲੇ ਸਚ, ਤਾਂ ਤਿੰਨੀ ਸਚ ਕਮਾਇਆ। ਜਿਹਨੂੰ ਪਰਮਾਤਮਾ ਦੇਣਾ ਚਾਹੁੰਦਾ ਹੈ, ਉਸੇ ਦੀ ਆਤਮਾ ਦੇ ਅੰਦਰ ਪਿਆਸ ਉੱਠਦੀ ਹੈ ਨਾਮ ਦੀ। ਉਹੀ ਅੱਗੇ ਜਾ ਕੇ ਨਾਮ ਦੀ ਕਮਾਈ ਕਰਦਾ, ਆਪਦੇ ਜੀਵਨ ਨੂੰ ਸਫਲ ਬਣਾਉਂਦਾ ਹੈ ਜੀ। ਜਿਸ ਤੂੰ ਦੇ ਤਿਸ ਮਿਲੇ ਸਚ, ਤਾਂ ਤਿੰਨੀ ਸਚ ਕਮਾਇਆ। ਸਤ ਗੁਰ ਮਿਲੀਏ ਸਚ ਪਾਇਆ, ਜਿਨ ਕੈ ਹਿਰਦੈ ਸਚ ਵਸਾਇਆ। ਹੁਣ ਆਪ ਪਿਆਰ ਨਾਲ ਕਹਿੰਦੇ ਗੁਰੂ ਨਾਨਕ ਦੇਵ ਜੀ ਮਹਾਰਾਜ, ਕਿਉਂਕਿ ਸੰਤਾਂ ਦੀ ਬਾਣੀ ਇਸ ਕਿਸਮ ਦੀ ਹੈ, ਆਪਾਂ ਪਹਿਲੀ ਤੁਕ ਦਾ ਸਹੀ ਅਰਥ ਨਾ ਕਰੀਏ, ਅੱਗੇ ਤੁਰਿਆ ਹੀ ਨਹੀਂ ਜਾ ਸਕਦਾਗਾ। ਆਪ ਨੇ ਕਿਹਾ ਸੀਗਾ ਜਿਹਨੂੰ ਉਹ ਦੇਣਾ ਚਾਹਵੇ। ਫਿਰ ਹੁਣ ਆਪ ਕਹਿੰਦੇ ਕਿਸ ਤਰ੍ਹਾਂ ਉਹ ਦਿੰਦਾ ਹੈ। ਜਿਨ੍ਹਾਂ ਨੂੰ ਸਤਿਗੁਰੂ ਮਿਲ ਜਾਂਦਾ ਹੈ, ਉਹ ਪਰਮਾਤਮਾ ਖੁਦ ਹੀ ਮਿਲਾਉਂਦਾ ਹੈ।
ਸਤਿਗੁਰੂ ਉਸ ਨਾਮ ਦੇ ਨਾਲ ਜੋੜਦਾ ਹੈ। ਉਹੀ ਜੀਵ ਅੱਗੇ ਨਾਮ ਦੀ ਕਮਾਈ ਕਰਕੇ ਮੁਕਤੀ ਹਾਸਲ ਕਰਦਾ ਹੈ। ਅਗਰ ਉਹ ਪ੍ਰਮਾਤਮਾ ਦੇਵੇ ਨਾ, ਮਿਹਰ ਨਾ ਕਰੇ, ਤਾਂ ਭਾਵੇਂ ਮਹਾਤਮਾ ਰੋਜ਼ ਸਾਨੂੰ ਸਤਸੰਗ ਸੁਣਾਈ ਜਾਣ, ਅਸੀਂ ਆਉਂਦੇ ਵੀ ਕਿਉਂ ਨਾ ਰਹੀਏ, ਉਸ ਨਾਮ ਦੀ ਸਾਡੇ ਅੰਦਰ ਪਿਆਸ ਹੀ ਪੈਦਾ ਨਹੀਂ ਹੁੰਦੀ ਗੀ, ਤੜਫ ਹੀ ਪੈਦਾ ਨਹੀਂ ਹੁੰਦੀ ਗੀ। ਸਤ ਗੁਰ ਮਿਲੀਏ ਸਾਚ ਪਾਇਆ, ਜਿਨ ਕੈ ਹਿਰਦੈ ਸਾਚ ਵਸਾਇਆ। ਮੂਰਖ ਸਾਚ ਨਾ ਜਾਣਨੀ, ਮਨ ਮੁਖੀ ਜਨਮ ਗਵਾਇਆ। ਦੋ ਪ੍ਰਕਾਰ ਦੇ ਇਨਸਾਨ ਹੈ, ਇੱਕ ਗੁਰਮੁਖ ਹੈ, ਇੱਕ ਮਨਮੁਖ ਹੈ। ਗੁਰਮੁਖ ਉਹ ਹੈ ਕਿ ਜੋ ਗੁਰੂ ਕਹਿੰਦਾ ਹੈ ਉਹਦਾ ਮੂੰਹ ਬਣ ਜਾਂਦੇ ਹੈ। ਮਨਮੁਖ ਉਹ ਹੈ ਕਿ ਜੋ ਆਪਦੇ ਮਨ ਅੰਦਰ ਹੈ ਉਹ ਉਹਨਾਂ ਨੇ ਕਰਨੀ ਹੈ, ਨਾ ਕਿਤੇ ਵੇਦ ਸ਼ਾਸਤਰ ਦੀ ਗੱਲ ਨੂੰ ਮੰਨਣਾ ਹੈ, ਨਾ ਕਿਸੇ ਸੰਤ ਮਹਾਤਮਾ ਦੀ ਗੱਲ ਨੂੰ ਉਹਨਾਂ ਨੇ ਮੰਨਣਾ ਹੈ। ਉਹ ਸਿਰਫ ਆਪਣੀ ਹੀ ਹਉਮਾ ਵਿੱਚ ਤੁਰੇ ਫਿਰਦੇ ਹੈ। ਮਨਮੁਖੀ ਜਨਮ ਗਵਾਇਆ। ਪਰਮਾਤਮਾ ਨੇ ਉਹਨਾਂ ਨੂੰ ਜੋ ਬੜੇ ਪੁੰਨਾ ਕਰਕੇ ਇਹ ਇਨਸਾਨ ਦੇ ਜਾਮੇ ਦਾ ਉਹਨਾਂ ਨੂੰ ਵਰਦਾਨ ਦਿੱਤਾ ਸੀ, ਇਨਸਾਨ ਦਾ ਜਾਮਾ ਦਿੱਤਾ ਸੀਗਾ, ਉਸ ਨੂੰ ਉਹ ਗਵਾ ਕੇ ਚਲਿਆ ਜਾਂਦਾ ਹੈ। ਹਾਂ, ਮੂਰਖ ਸਾਚ ਨਾ ਜਾਣਨੀ, ਮਨ ਮੁਖੀ ਜਨਮ ਗਵਾਇਆ। ਵਿੱਚ ਦੁਨੀਆ ਕਾਹੇ ਆਇਆ, ਵਿੱਚ ਦੁਨੀਆ ਕਾਹੇ ਆਇਆ। ਇਹ ਉਹਨਾਂ ਮਹਾਤਮਾ ਦੀ ਬਾਣੀ ਹੈ ਜਿਨ੍ਹਾਂ ਦੀਆਂ ਅੱਖਾਂ ਖੁੱਲੀਆਂ ਸਨ, ਜੋ ਪਰਮਾਤਮਾ ਦਾ ਨਾਮ ਜਪ ਕੇ ਪਰਮਾਤਮਾ ਰੂਪ ਹੋ ਗਏ ਸਨ। ਆਪ ਕਹਿਣ ਲੱਗੇ ਕਿ 84 ਲੱਖ ਜੀਆ ਜੂਨ ਭੁਗਤਣ ਤੋਂ ਬਾਅਦ ਪਰਮਾਤਮਾ ਨੇ ਬੜੀ ਕਿਰਪਾ ਕੀਤੀ ਸੀ, ਇਨਸਾਨ ਦਾ ਜਾਮਾ ਦਿੱਤਾ ਸੀਗਾ। ਉਹ ਵਿਚਾਰਾ ਜਿਹੇ ਜੇ ਪਸ਼ੂ ਪੰਛੀ ਸੰਸਾਰ ਵਿੱਚ ਆਏ, ਇਹ ਜਿਹਾ ਉਹ ਦੁਨੀਆ ਦੇ ਵਿੱਚ ਆਇਆ। ਭੇਜਿਆ ਤਾਂ ਪਰਮਾਤਮਾ ਨੇ ਸੀਗਾ ਤੇ ਤੂੰ ਨਾਮ ਦੀ ਕਮਾਈ ਕਰਕੇ ਮੈਨੂੰ ਮਿਲਣਾ ਹੈ, ਲੇਕਿਨ ਉਹ ਫੇਰੀ ਪਾ ਕੇ ਬੰਜਾਰਿਆਂ ਦੀ ਤਰ੍ਹਾਂ ਇੱਥੋਂ ਲੰਘ ਗਿਆ। ਲਾਹਾ ਲੈਣ ਆਇਆ ਸੀਗਾ, ਉਹ ਮੂਲ ਵੀ ਗਵਾ ਗਿਆ। ਕਬੀਰ ਸਾਹਿਬ ਕਹਿੰਦੇ, ਮਾਨਸ ਜਨਮ ਦੁਰਲੱਭ ਹੈ, ਹੋਤ ਨਾ ਵਾਰੰਵਾਰ, ਜਿਉਂ ਬਨ ਫਲ ਪੱਕੇ ਭੋਏ ਗਿਰੇ, ਬੋਹਰ ਨਾ ਲੱਗੇ ਡਾਰ। ਕਹਿੰਦੇ ਜੇ ਇਸ ਤਰ੍ਹਾਂ ਫਲ ਪੱਕ ਕੇ ਦਰਖਤ ਦੇ ਨਾਲੋਂ ਜ਼ਮੀਨ ਤੇ ਆ ਜਾਂਦਾ ਹੈ, ਉਹ ਡਾਲੀ ਨਾ ਦੁਬਾਰੇ ਨਹੀਂ ਲੱਗ ਸਕਦਾਗਾ, ਤੁਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ। ਇਸੇ ਤਰ੍ਹਾਂ ਇਨਸਾਨ ਦਾ ਜਾਮਾ ਅਗਰ ਇੱਕ ਵਾਰੀ ਹੱਥ 'ਚੋਂ ਨਿਕਲ ਜਾਂਦਾ ਹੈ, ਤੁਸੀਂ ਮਤਾ ਦਿਲ ਦੇ ਵਿੱਚ ਇਹ ਖਿਆਲ ਕਰੋ ਕਿ ਸਾਨੂੰ ਸ਼ਾਇਦ ਇਹ ਵਾਰੀ ਮਿਲ ਜਾਏਗਾ। ਕਹਿਣ ਲੱਗੇ ਨਹੀਂ, ਬਹੁਤ ਸਜਾਏ ਪਿਆ ਦੇਸ ਲੰਮਾ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਉਸ ਜੂਨਾਂ ਦੇ ਵਿੱਚ ਸਜ਼ਾ ਵੀ ਨਹੀਂ ਮੁੱਕਦੀਆਂ ਗਈਆਂ। ਬੜੀਆਂ ਜੂਨਾਂ ਹੈ, ਸੱਪਾਂ ਦੀਆਂ ਜੂਨਾਂ ਹੈ, ਪੰਛੀਆਂ ਦੀਆਂ ਜੂਨਾਂ ਹੈ, ਭੂਤ ਪ੍ਰੇਤਾਂ ਦੀਆਂ ਬੜੀਆਂ ਲੰਮੀਆਂ ਜੂਨਾਂ ਹਨ। ਇਸ ਵਾਸਤੇ ਆਪ ਕਹਿਣ ਲੱਗੇ ਉਹਨਾਂ ਦੇ ਵਿੱਚ ਕਸ਼ਟ ਵੀ ਅਨੇਕਾਂ ਪ੍ਰਕਾਰ ਦੇ ਹੈ, ਦੇਖਦੇ ਹਾਂ। ਸੋ ਇਸ ਵਾਸਤੇ ਆਪ ਪਿਆਰ ਨਾਲ ਕਹਿੰਦੇ ਹੈ ਕਿ ਬਈ ਉਹਨੂੰ ਮਿਲਿਆ ਤਾਂ ਲਾਹਾ ਸੀਗਾ ਇਨਸਾਨ ਦੇ ਜਾਮੇ ਦਾ, ਔਰ ਉਹ ਮੂਲ ਗਵਾ ਕੇ ਵੀ ਚਲਿਆ ਗਿਆ। ਸੋ ਪ੍ਰਮਾਤਮਾ ਜਿਨ੍ਹਾਂ ਤੇ ਮਿਹਰ ਕਰਦਾ ਹੈ, ਉਹਨਾਂ ਦੀ ਆਤਮਾ ਦੇ ਅੰਦਰ ਉਹ ਪਿਆਸ ਪੈਦਾ ਕਰ ਦਿੰਦਾ ਹੈ। ਉਹਨਾਂ ਨੂੰ ਜੋ ਮਰਜ਼ੀ ਤੁਸੀਂ ਦੁਨੀਆ ਦੀ ਨਿਆਮਤ ਦਿਓ। ਮੈਂ ਦੱਸਦਾ ਹੁੰਦਾ ਹੈ ਕਿ ਐਸੇ ਆਤਮਾ ਜੋ ਸੰਸਾਰ ਵਿੱਚ ਆਉਂਦੀਆਂ ਹਨ, ਨਾ ਉਹਨਾਂ ਦੇ ਗਰੀਬੀ ਦਾ ਅਸਰ ਹੁੰਦਾ, ਨਾ ਅਮੀਰੀ ਦਾ ਅਸਰ ਹੁੰਦਾ ਹੈ। ਅਗਰ ਉਹ ਅਮੀਰ ਘਰ ਪੈਦਾ ਹੋ ਜਾਂਦੇ ਹੈ, ਉਸ ਅਮੀਰੀ ਦੀ ਪਰਵਾਹ ਨਹੀਂ ਕਰਦੇ ਗੇ। ਉਹਨਾਂ ਨੂੰ ਉਹਨਾਂ ਚਿਰ ਸ਼ਾਂਤੀ ਨਹੀਂ ਆਉਂਦੀ, ਚੈਨ ਹੀ ਨਹੀਂ ਆਉਂਦੀ, ਜਿੰਨਾ ਚਿਰ ਐਸੇ ਮਹਾਤਮਾ ਦੇ ਚਰਨਾਂ ਵਿੱਚ ਜਾ ਕੇ ਨਾਮ ਨਾ ਪ੍ਰਾਪਤ ਕਰ ਲੈਣ। ਬੇਸ਼ੱਕ ਉਹ ਕਿਤਨੀ ਗਰੀਬੀ ਵਿੱਚ ਕਿਉਂ ਨਾ ਆ ਜਾਣ, ਔਰ ਉਹ ਫਿਰ ਵੀ ਕਦੇ ਵੀ ਉਹ ਭਗਤੀ ਤੋਂ ਪਿਛਾਂਹ ਨਹੀਂ ਹਟਦੇ ਗਏ। ਮੈਂ ਮਹਾਰਾਜ ਸਾਵਨ ਸਿੰਘ ਦੇ ਇੱਕ ਵਕਤ ਦਾ ਵਾਕਿਆ ਦੱਸਦਾ ਹੁੰਦਾ ਹਾਂ ਕਿ ਉੱਥੇ ਇੱਕ ਹਰੀਜਨਾਂ ਦੇ ਘਰੇ ਪੈਦਾ ਹੋਇਆ ਭਾਈ ਲਹਿਣਾ ਹੁੰਦਾ ਸੀਗਾ। ਉਹ ਅੱਖਾਂ ਤੋਂ
ਸੂਰਮਾ ਸਿੰਘ ਹੀ ਸੀਗਾ, ਦਿਸਦਾ ਨਹੀਂ ਸੀਗਾ। ਮੈਂ ਉਸ ਦੀਆਂ ਕਈ ਕਹਾਣੀਆਂ ਸੁਣੀਆਂ ਸੀਗੀਆਂ ਵੀ ਇਸ ਨੂੰ ਅੰਦਰ ਮਹਾਰਾਜ ਸਾਵਣ ਸਿੰਘ ਜੀ ਦਰਸ਼ਨ ਦਿੰਦੇ ਹਨ। ਤੋ ਇੱਕ ਦਿਨ ਉੱਥੇ ਅਸੀਂ ਮਿੱਟੀ ਦੀ ਸੇਵਾ ਕਰਦੇ ਸੀਗੇ, ਦਿਲ ਦੇ ਵਿੱਚ ਖਿਆਲ ਆਇਆ ਕਿ ਵੀ ਅੱਜ ਤਜਰਬਾ ਕਰਾਂਗੇ ਵੀ ਕੀ ਇਹ ਸੱਚ ਹੈ ਵੀ ਇਹਨੂੰ ਅੰਦਰ ਦਰਸ਼ਨ ਹੁੰਦੇ ਹੈ। ਤੋ ਆਮ ਅੱਗੇ ਕਈ ਉਹਦੀ ਸੋਟੀ ਫੜ ਲੈਂਦੇ, ਉਹਦੇ ਸਿਰ ਤੇ ਵੀ ਤਸਲਾ ਹੁੰਦਾ ਸੀਗਾ ਮਿੱਟੀ ਦਾ ਭਰਿਆ। ਤੋ ਉਸ ਦਿਨ ਮੈਂ ਪਹਿਲਾਂ ਹੀ ਜਾ ਵੜਿਆ, ਉੱਥੇ ਜਾ ਕੇ ਉਹਦੀ ਸੋਟੀ ਫੜ ਲਈ, ਉਸ ਨੂੰ ਵੀ ਬੱਠਲ ਮਿੱਟੀ ਦਾ ਚੁਕਾਉਣਾ, ਆਪ ਵੀ ਚੱਕਣਾ। ਤੋ ਮਹਾਰਾਜ ਜੀ ਦਰਸ਼ਨ ਦੇਣ ਵਾਸਤੇ ਆਏ ਸੰਗਤ ਨੂੰ। ਹਾਲਾਂਕਿ ਮੈਨੂੰ ਅੱਖਾਂ ਵਾਲੇ ਨੂੰ ਤਾਂ ਪਤਾ ਨਾ ਲੱਗਿਆ, ਤੇ ਉਹ ਪਹਿਲਾਂ ਹੀ ਮੈਨੂੰ ਕਹਿਣ ਲੱਗਿਆ ਕਿ ਮਹਾਰਾਜ ਜੀ ਆ ਗਏ ਹੈ, ਦਰਸ਼ਨ ਕਰ ਲੈ। ਕਹਿਣ ਲੱਗਿਆ ਕਿ ਅੱਜ ਦੇਖ ਪੱਗ ਕੈਸੀ ਹੈ, ਕਿਸ ਤਰ੍ਹਾਂ ਦੇ ਸੋਹਣੇ ਹੈ। ਮੈਂ ਉਹਦੀਆਂ 2-3 ਬਾਤਾਂ ਸੁਣ ਕੇ ਬੜਾ ਹੈਰਾਨ ਰਹਿ ਗਿਆ। ਮੈਂ ਕਿਹਾ ਵੀ ਤੈਨੂੰ ਕਿਵੇਂ ਪਤਾ ਲੱਗਿਆ, ਤੈਨੂੰ ਪੱਗ ਦੀਦੀ ਹੈ? ਉਹ ਕਹਿੰਦਾ ਜਿੰਨੀ ਕੋ ਦਿਖਾ ਰਹੇ ਹੈ। ਤਾਂ ਮਹਾਰਾਜ ਸਾਵਣ ਸਿੰਘ ਦਾ ਇਹ ਕਾਇਦਾ ਹੁੰਦਾ ਸੀ ਕਿ ਜਿਹੜਾ ਪਹਿਲਾਂ ਆਉਂਦਾ ਹੈ ਉਹ ਅੱਗੇ ਬੈਠੇ, ਜਿਹੜੇ ਪਿੱਛੇ ਆਉਂਦੇ ਉਹ ਪਿੱਛੇ ਬੈਠਣ। ਲੇਕਿਨ ਆਮ ਤੌਰ ਤੇ ਸਾਡੇ ਪ੍ਰੇਮੀ ਕੀ ਕਰਦੇ ਹੁੰਦੇ ਹੈ ਕਿ ਜਿਹੜੇ ਪਿੱਛੋਂ ਆਏ ਉਹ ਅੱਗੇ ਬੈਠਣ ਦੀ ਕੋਸ਼ਿਸ਼ ਕਰਦੇ ਆ, ਸਾਰਿਆਂ ਨੂੰ ਪਿੱਛੋਂ ਦੀ ਲਤੜਦੇ ਆਉਂਦੇ ਹੈ। ਤੋ ਭਾਈ ਲਹਿਣਾ ਸੀ ਜਿਹੜਾ, ਉਸ ਦੇ ਨੇੜੇ ਨਹੀਂ ਕੋਈ ਬੈਠਦਾ ਸੀਗਾ। ਹੁਣ ਉਹੋ ਜਿਹੇ ਪ੍ਰੇਮੀ ਨੂੰ ਕੌਣ ਅੱਗੇ ਬੈਠਣ ਦਿੰਦਾ ਜਿਹਦੇ ਕੱਪੜੇ ਮੈਲੇ ਹੈ। ਹੁਣ ਅੱਗੇ ਤਾਂ ਚਿੱਟੇ ਕੱਪੜਿਆਂ ਵਾਲੇ ਆ ਕੇ ਬੈਠਣ, ਕਿਉਂਕਿ ਉਹ ਅਗਲਾ ਕਹਿੰਦਾ ਕੋਈ ਅਫਸਰ ਹੋਣਾ ਹੈ। ਤੋ ਇੱਕ ਦਿਨ ਮਹਾਰਾਜ ਨੇ ਕਿਹਾ ਕਿ ਬਈ ਜ਼ਿਮੀਂਦਾਰ ਦਾ ਧਿਆਨ ਪਿਛਲੀ ਸਾਈਡ 'ਚ ਜ਼ਿਆਦਾ ਹੁੰਦਾ ਹੈ ਕਿ ਵੀ ਮੇਰਾ ਕਿਆਰਾ ਜਿਹੜਾ ਹੈ ਉਹ ਸਿਰੇ ਤੋਂ ਨਾ ਰਹਿ ਜਾਵੇ। ਤੋ ਮਹਾਰਾਜ ਕਿਰਪਾਲ ਦੱਸਦੇ ਹੁੰਦੇ ਸੀ ਵੀ ਉਹ ਸਦਾ ਪਿੱਛੇ ਬਹਿ ਕੇ ਸਤਸੰਗ ਸੁਣਦੇ ਰਹੇ ਹੈ। ਸੋ ਇਸ ਵਾਸਤੇ ਜਦੋਂ ਭਾਈ ਲਹਿਣਾ ਅੱਗੇ ਬਿਠਾ ਲਿਆ, ਤੋ ਜਿਹੜਾ ਵੀ ਜੈਂਟਲਮੈਨ ਆਵੇ ਉਹ ਦੂਰ ਹੁੰਦਾ ਜਾਵੇ। ਉੱਥੇ ਕਿਹਨੇ ਬੈਠਣਾ ਸੀ? ਖੈਰ ਸਤਸੰਗ ਹੋਇਆ। ਮਹਾਰਾਜ ਜੀ ਕਹਿਣ ਲੱਗੇ, ਅੱਛਾ ਬਈ ਲਹਿਣਾ ਸਿੰਘ ਤੂੰ ਚਲਾ ਲਾ ਬੰਬ ਜਿਹੜਾ ਚਲਾਉਣਾ ਹੈ। ਉਹ ਲਹਿਣਾ ਉੱਠਿਆ, ਹੱਥ ਜੋੜ ਕੇ ਕਹਿਣ ਲੱਗਾ, ਦੇਖੋ ਬਈ ਜਿਹਦੇ ਖਾਤਰ ਤੁਸੀਂ ਫਕੀਰ ਹੋਏ ਫਿਰਦੇ ਹੋ, ਕਹਿ ਕੇ ਘੰਟੇ ਆ ਕੇ ਬੈਠਦੇ ਹੋ, ਇਹ ਇਸ ਗਰੀਬ ਦੀ ਕੁੱਲੀ 'ਚ ਸਦਾ ਹੀ ਰਹਿੰਦਾ ਹੈ। तो महाराज बड़ी जल्दी बोले, कहने लगे बस इतना ही काफी है। तो कहने का भाव यह है कि वो परमात्मा जी दे ते दया करता है, मेहर करता है, वो अन्ने नूं अख दे दिंदा है, लूले नूं पैर दे दिंदा है, लेकिन साडी समझ नहीं आई क्योंकि असीं रूहानी तौर ते अन्ने हैं। गुरु नानक ने कहा, अंधे से ना आखिए जिनन मुख लोइन नाहे, अन्ने से नानका जे खसवें कुत्थे जाए। संत सानू वो अखां दिंदे आ जिहदे नाल असीं अंदर उस परमात्मा नूं देख लेने हैं। असीं रूहानी तौर दे उत्ते लूले हैं, अपंग हैं, रूहानी चढ़ाई नहीं चढ़ सकदे। तो संत सानू शब्द नाम दी पौड़ी ते चढ़ा के उपर ले जांदे है। सो इस वास्ते सानू भी चाहिए है, जो कुछ गुरु नानक ने बड़े प्यार नाल समझाया है कि नेक जीवन बताउणा अच्छा है, लेकिन इस तो भी अच्छा जीवन है शब्द नाम की कमाई करनी। सो सानू भी चाहिए है कि शब्द नाम की कमाई करके अपने जीवन को असीं पवित्र बनाइए। जो मौका मिलिया है इस तो पूरा फायदा उठाइए।